ਤੇ ਟਕੈਤ ਸਾਹਿਬ ਇਸ ਸਮੇਂ ਸਟੇਜ ਤੋਂ ਆ ਰਹੇ ਆ ਤੇ ਉਤਸ਼ਾਹ ਤੁਸੀਂ ਦੇਖ ਸਕਦੇ ਹੋ, ਪਿਆਰ ਦੇਖ ਸਕਦੇ ਹੋ, ਜਨਤਾ ਦਾ ਜਿਹੜਾ ਪਿਆਰ ਉਹਨਾਂ ਨੂੰ ਮਿਲ ਰਿਹਾ ਹੈ। ਕਿਸ ਤਰ੍ਹਾਂ ਚਾਰੇ ਪਾਸੇ ਜਿਹੜਾ ਪਿਆਰ ਸਤਿਕਾਰ ਨਿੱਘ ਦੇ ਨਾਲ ਨਿਵਾਜਿਆ ਜਾ ਰਿਹਾ ਉਹਨਾਂ ਨੂੰ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਆਵਾਮ ਦੇ ਵਿੱਚ ਪੈਦਾ ਕੀਤਾ ਹੈ ਉਹਨਾਂ ਦੀ ਜ਼ਿੰਦਾ ਦਿਲੀ ਨੇ। ਅਤੇ ਜਿਹੜਾ ਵੀ ਵਰਤਾਰਾ ਵਾਪਰਿਆ ਉਹ ਕਿੰਨੀ ਸਕਾਰਾਤਮਕਤਾ ਨਾਲ ਅੱਗੇ ਵਧਿਆ ਤੁਸੀਂ ਬਖੂਬੀ ਦੇਖ ਸਕਦੇ ਹੋ। ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ, ਬਜ਼ੁਰਗਾਂ ਦੇ ਵਿੱਚ ਉਤਸ਼ਾਹ ਹੈ, ਹਰ ਕਿਸੇ ਦਾ ਉਹਨਾਂ ਦੀ ਇੱਕ ਛੋਹ ਪ੍ਰਾਪਤ ਕਰਨ ਨੂੰ ਜਿਹੜਾ ਕਦਮ ਕਦਮ ਅੱਗੇ ਵੱਧ ਰਿਹਾ। ਸੋ ਉਹ ਹੁਣ ਇੱਧਰ ਆਪਣੇ ਟੈਂਟ ਵੱਲ, ਜਿੱਥੇ ਮੀਡੀਆ ਹਾਊਸ ਹੈ ਉੱਧਰਲੇ ਸਾਈਡ ਜਿਹੜਾ ਆ ਰਹੇ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਦੇਖ ਸਕਦੇ ਮੀਡੀਆ ਹਾਊਸ ਵੱਲ ਵੱਧ ਰਹੇ ਨੇ ਟਕੈਤ ਸਾਹਿਬ ਇਸ ਸਮੇਂ, ਜਿੱਥੇ ਉਹ ਮੀਟਿੰਗ ਕਰਦੇ ਆ। ਸਾਰੇ ਮੁਲਕ ਦਾ ਹੀ ਸਮਝ ਸਕਦੇ ਹਾਂ ਕਿ ਮੀਡੀਆ ਇਸ ਸਮੇਂ ਇੱਥੇ ਪਹੁੰਚਿਆ ਹੋਇਆ ਹੈ, ਕਿਉਂਕਿ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਆਵਾਮ ਤੱਕ ਪਹੁੰਚਾਉਣੇ ਬਹੁਤ ਜ਼ਰੂਰੀ ਨੇ। ਸੋ ਕੋਸ਼ਿਸ਼ ਕਰਾਂਗੇ ਹੁਣ ਆਪਾਂ ਵੀ ਜਿਹੜੀ ਸੰਗਤ ਟੈਲੀਵਿਜ਼ਨ ਦੇ ਜ਼ਰੀਏ ਟਕੈਤ ਸਾਹਿਬ ਨਾਲ ਗੱਲਬਾਤ ਕਰਾਂਗੇ, ਉਹ ਤੁਹਾਡੇ ਸਨਮੁਖ ਕਰਵਾਵਾਂਗੇ, ਤੁਹਾਡੇ ਰੂਬਰੂ ਕਰਵਾਵਾਂਗੇ ਜਿਹੜੇ ਉਹਨਾਂ ਦੇ ਬਚਨ ਹੋਣਗੇ। ਸੋ ਸਮਝਦੇ ਹਾਂ ਕਿ ਉਸ ਰਾਤ ਜਿਹੜੀ ਬਾਜ਼ੀ ਪਲਟੀ ਹੈ ਉਹਦੇ ਤੋਂ ਬਾਅਦ ਬਿਲਕੁਲ ਹੀ ਮਾਹੌਲ ਹੈ ਜਿਹੜਾ ਉਹ ਗਾਜ਼ੀਪੁਰ ਬਾਰਡਰ ਦਾ ਬਦਲਿਆ ਹੋਇਆ ਨਜ਼ਰ ਆ ਰਿਹਾ ਅਤੇ ਸੰਗਤਾਂ ਦਾ ਉਤਸ਼ਾਹ ਕਈ ਗੁਣਾ, ਜਿਹਦਾ ਕੋਈ ਆਪਾਂ ਨਾਪ ਤੋਲ ਨਹੀਂ ਕਰ ਸਕਦੇ, ਇੰਨਾ ਜ਼ਿਆਦਾ ਜਿਹੜਾ ਪਹਿਲਾਂ ਨਾਲੋਂ ਵੱਧ ਚੁੱਕਾ। ਅਤੇ ਬੋਲੇ ਸੋ ਨਿਹਾਲ ਦੇ ਜਕਾਰੇ ਹੋਣ ਜਾਂ ਫਿਰ ਕਿਸਾਨੀ ਦੇ ਨਾਅਰੇ ਹੋਣ, ਉਹ ਇੱਥੇ ਬੜੇ ਜੋਸ਼ ਦੇ ਵਿੱਚ ਬੋਲੇ ਜਾ ਰਹੇ ਨੇ। ਕਿਸ ਤਰ੍ਹਾਂ ਹੱਥ ਖੜ੍ਹੇ ਕਰਕੇ ਉਤਸ਼ਾਹ ਦਿੱਤਾ ਜਾ ਰਿਹਾ ਹੈ, ਨਿੱਘ ਦਿੱਤਾ ਜਾ ਰਿਹਾ, ਸਤਿਕਾਰ ਦਿੱਤਾ ਜਾ ਰਿਹਾ। ਜਿੰਨੇ ਵੀ ਉੱਤਮ ਤੋਂ ਉੱਤਮ ਲਫ਼ਜ਼ 'ਤੇ ਵਰਤੇ ਜਾਣ ਉਹ ਘੱਟ ਨੇ ਉਹਨਾਂ ਦੇ ਸਤਿਕਾਰ ਵਾਸਤੇ, ਉਹਨਾਂ ਦੀ ਹਸਤੀ ਵਾਸਤੇ, ਉਹਨਾਂ ਦੀ ਸ਼ਖਸੀਅਤ ਵਾਸਤੇ, ਕਿਉਂਕਿ ਇੰਨਾ ਨਿਖਰ ਕੇ ਅਤੇ ਇੰਨਾ ਚੜ੍ਹਦੀ ਕਲਾ ਦੇ ਨਾਲ ਉਹ ਸਾਹਮਣੇ ਆਏ ਕਿ ਇਸ ਮੋਰਚੇ ਦੇ ਵਿੱਚ ਨਵੀਂ ਜਾਨ ਉਹਨਾਂ ਨੇ ਭਰੀ ਹੈ। ਅਤੇ ਹੁਣ ਇਸ ਸਮੇਂ ਜਿਹੜੀ ਉਹਦੇ ਓਪੋਜ਼ਿਟ ਸਾਈਡ ਦੀ ਜਿਹੜੀ ਫੁਟੇਜ ਉਹ ਤੁਹਾਨੂੰ ਦਿਖਾ ਰਹੇ ਹਾਂ। ਇੱਕ ਪਾਸੇ ਜਿੰਨੀ ਸੰਖਿਆ ਦੇ ਵਿੱਚ ਇਕੱਤਰਿਤ ਨੇ ਸਾਰੇ ਕਿਸਾਨ, ਅਤੇ ਦੂਸਰੇ ਪਾਸੇ ਦੇ ਵਿੱਚ ਵੀ ਓਡੀ ਹੀ ਵੱਡੀ ਸੰਖਿਆ, ਓਨੀ ਵੱਡੀ ਗਿਣਤੀ ਹੈ। ਜਿਹੜੇ ਸਰਕਾਰ ਦੇ ਪ੍ਰਬੰਧ ਨੇ ਉਹਨਾਂ ਨੇ ਆਪਣੇ ਪੱਖ ਦੇ ਉੱਤੇ ਉਹਨਾਂ ਨੇ ਆਪਣੇ ਵੱਲੋਂ ਜਿਹੜੇ ਪੁਖਤਾ ਰੱਖੇ ਹੋਏ ਆ। ਸੈਂਕੜੇ ਦੀ ਜਿਹੜੀ ਆਪਾਂ ਇੱਥੇ ਉਹਨਾਂ ਦੇ ਆਲੇ ਦੁਆਲੇ ਗਿਣਤੀ ਦੇਖ ਸਕਦੇ ਹਾਂ, ਅਤੇ ਸਤਿਕਾਰ ਕਿਸ ਤਰ੍ਹਾਂ ਉਹਨਾਂ ਨੂੰ ਮਿਲ ਰਿਹਾ, ਨਿੱਘ ਮਿਲ ਰਿਹਾ ਹੈ ਆਮ ਜਨਤਾ ਦਾ। ਅਤੇ ਤੁਸੀਂ जोश भरे ਜਿਹੜੇ नारे ਆ वो भी सुन सकते हो। सभी ये प्रेस का धन्यवाद। और जैसा आप देख रहे हैं कि पिछले यहाँ पे करीब 70 दिन के आसपास यहाँ पे हो गया कि धरना चला हुआ है, और आज तो अजीब हालात यहाँ पे देखने को मिली। कभी हम अगर रास्ता हमने बंद कर दिया तो पुलिस प्रशासन खुलवाने पे कि रास्ते बंद करती है। आज तो पूरी जो एम्बुलेंस लाइन है ऊपर की, जिसमें कुछ 2 महीने से पूरा एम्बुलेंस चलती थी, जो उत्तराखंड की लाइफ लाइन थी मेडिकल की, उसको बंद करा दिल्ली पुलिस ने। वहाँ पे इस तरह के जो कटीले तार हैं ये लगाए, और 3 रोड को, जिस रोड को हमने छोड़ रखा है, उन सारे की सारी रोड पे कटीले तार लगा के आने जाने का, जनता का रास्ता रोकने का काम कर जा रहा। कोर्ट ने, सुप्रीम कोर्ट ने भी ये कहा है कि धरना शांतिपूर्ण तरीके से चल रहा। उसके बावजूद भी दिल्ली पुलिस, दिल्ली सरकार जो यहाँ पे व्यवस्था कर रहे हैं, पूरे रास्ते को ब्लॉक कर दिया है, जिससे जनता दुखी हो और जनता हमको कहे कि आप हमको दुखी कर रहे हो। हमारी जनता से अपील है, हम दुखी नहीं कर रहे। आपकी जो रोड थी वे रोड पूरी खुली हुई है, दिल्ली पुलिस ने पूरी रोड को ब्लॉक किया हुआ है। उनसे आपको हो कि हमारी जो रोड थी वे खोलने जाए, जो उन्होंने बंद कर रखी है, दीवारें छीन दी उस पर, तो ये पूर्ण रूप से गलत चीज़ें हैं। सरकार से हमारा ये है कि किसान ने पहले भी वो दिया था कि
बातचीत से इसका समाधान निकलेगा। बिल वापसी नहीं तो घर वापसी नहीं, एमएसपी पे कानून। और जो बजट की बहुत बड़ी उम्मीद आज सरकार से थी वो हुई नहीं। सिर्फ बजट में भाव के इशू पे कोई बातचीत नहीं है, कर्जा लेने पे बढ़ाने पे बातचीत है। क्या देश के किसान को कर्जे से उसका घर चलेगा? डिजिटल इंडिया कैंपेन की बात करी गई है, ई मंडियों की बात करी गई है। हमने बहुत पहले से हम ये कह रहे हैं कि हमको भी डिजिटल इंडिया कैंपेन का हिस्सा बनवा दो। हमारा भी गन्ने का और दूसरे फसलों का भुगतान उस माध्यम से करवाओ जैसे हम तेल लेते हैं वो कार्ड से लेते हैं, ऐसे ही हमारा जब गन्ना किसान तोल दे, जब तक वो घर जाए उसका भुगतान हो जाए। यही हाल उत्तर प्रदेश सरकार की है। गन्ने का रेट नहीं बढ़ा, उस पर कोई रेट नहीं डला। यह हाल है तो बिजली के रेट सबसे ज़्यादा उत्तर प्रदेश में महंगे। यहाँ पे बहुत सुविधाएं उत्तर प्रदेश सरकार पहले देती थी, अब वे सुविधाएं हटा रखी है। दिल्ली से पूरी पाबंदी कर दी है, तार लगा दी, आदमी भी नहीं जा सकता। तो जैसे उत्तर प्रदेश सरकार पहले यहाँ पे सुविधा, जो किसान क्रांति गेट गाजीपुर है, इस पर सुविधा देती थी, हमें आज भी उन वही सुविधाएं वहाँ से चाहिए। अधिकारियों का जो तालमेल हमारे कमेटी के साथ में था वो बना रखे। यहाँ की सफाई की व्यवस्था, यहाँ की पानी की व्यवस्था उसी सरकार उत्तर प्रदेश सरकार करके दे। बजट पूर्ण रूप से फेलियर बजट साबित हुआ है, उसको एक सिरे से किसान उसको नकारता है। और सरकार से ये है कि सरकार अगर बातचीत के लिए तैयार है तो किसान की जो कमेटी है वो भी बात को करेगी उनसे। आप बातचीत की पहल करेंगे या उनकी तरफ से इंतजार कर रहे हैं कि वो आपको बुलाएं? पहल तो वे कर लो या वो कर लो, बुलाना तो नहीं पड़ेगा ना कि कहाँ मीटिंग है, क्या है, कहाँ है। एक आप भी जैसे प्रस्ताव भेजे कि मिलने को तैयार हैं, हम कंडीशनल नहीं मिलने को पिछली तैयार। तारीख आपकी तरफ से गई थी? नहीं, उन्हीं की तरफ से। आपके बारे में बड़े बड़े अखबारों में हेडिंग छपी है, क्या छपा? है हाँ। कि आपने कहा है कि हम किसी भी बीच के रास्ते के लिए तैयार हैं। मतलब जो आप लोग कह रहे थे कि बिल वापसी हो और जब भी तो काम ने घर वापसी, बिल वापसी, क्या वो झूठी खबर छापी जा रही है आपके हवाले से है? अगर हमने कोई रास्ता बता दिया, रास्ता तो बातचीत से ही निकलेगा ना, या बगैर उसके बातचीत निकल जाएगा। उसको अगर समझने का हेर फेर अगर नहीं उसको समझे तो मेरे को तो कोई इलाज है नहीं। मतलब 18 महीने वाला प्रपोजल 36 महीने नहीं, कर दिया तो? वो नहीं है। वो ये कहा है कि बातचीत शुरू हो, बातचीत शुरू होनी चाहिए, बातचीत से ही समाधान निकला। सूत्र बता रहे हैं कि मोदी जी से आपकी सीधी बातचीत हो रही है फोन से। फोन कहाँ है? वो फोन नंबर तो हम तलाश कर रहे हैं जिस पर उन्होंने कहा कि फोन पर बात कर ले। वो फोन नंबर सार्वजनिक कर दिया जा, हम भी कर लेंगे। कुछ चर्चाएं ऐसी थी कि 2 तारीख को शायद कोई बात होने वाली है, आपके हवाले से ये भी बात अभी ना हमारे उससे नहीं, ये भी हमने सुना था, लेकिन जो वहाँ हमारा ऑफिस है, जो कमेटी के लोग हैं, उन्होंने कहा कि इस तरह का कोई प्रस्ताव ये नहीं। नया फेंसिंग जो आपके पीछे है और जो कीलें लगाई जा रही है सिंघू बॉर्डर, टिकरी बॉर्डर पर, उस पर क्या प्रतिक्रिया आपकी? ये तो सील कर दी दिल्ली, ये तो दिल्ली को अपने आप किले में तब्दील कर रहे। किस चीज़ का डर है इन्हें? हम क्या जा रहे हैं ना, पूरे को खोल दो, जब भी नहीं जाता किसान। प्रशासन ये कह रहा है कि आपकी 1 फरवरी की कॉल थी संसद घेराव की, हालांकि आप उसको वापस ले लिया, लेकिन वो सीरियस ले रहे हैं उसको। वो नहीं, सीरियस लेने की जरूरत नहीं, ऐसा थोड़ा। प्रशासन कह रहा है उसकी एहतियात पे किया नहीं, है। तो क्या कल खोल लेंगे इसको? कल ये आश्वासन देंगे कि जो कटीले तार, जो पूर्ण रूप से प्रतिबंधित तार है, ये प्रतिबंधित है, खेत में भी अलाउ नहीं। जो खेत में अगर लगाता है तो इसके ऊपर जेल होती है। जो नागरिकों की पत्थरबाजी है, बजट आया है, कहा जा रहा है कि आप लोगों किसानों से के आम लिए नागरिकों को कुछ परेशानी हो रही है, उस पर क्या कहेंगे? है ना, पत्थरबाजी कौन कर रहा है? पत्थरबाजी करने वालों की वही जांच होनी चाहिए। बजट में जो बजट आया है उसमें पिछले कई सालों की एमएसपी को लेकर गिनाया गया है सरकार की तरफ से कि आय बढ़ाई है, उन्होंने खर्च ज्यादा किया है, ऐसा दिखाया गया है, करोड़ों का हिसाब किताब टोटल दिखाया। आप कागजों में ही तो दिखाते हैं उसमें, भाई उस कागजों में दिखावे। हम कह रहे हैं एमएसपी पर कानून बना दो, कानून बनाते नहीं। हजारों ट्रक हर रोज उत्तर प्रदेश और बिहार से पंजाब और हरियाणा में जाता है, क्योंकि वहाँ पे एमएसपी है, आधे रेट में खरीद जाता है। पूरा व्यापारियों ने लूट लिया, इसलिए हम कहते हैं कि एमएसपी पर कानून बने। फसलों की एमएसपी भी 1.5 गुना बढ़ाई गई है लागत से, कहाँ लागत का 1.5 गुना, लागत का 1.5 गुना। C2+50 की बात हुई थी, उससे 3100 रुपये के आसपास गेहूं का रेट बढ़ेगा, वो नहीं बढ़ाए गए, सिर्फ कागजों में दिखाते हैं, ना बढ़ाते ना खरीद करते। अजय टिकैत साहब, भुगतान को लेकर बजट पेश सरकार- हुआ है, कृषि बजट जो पेश हुआ उसमें 100 में से कितने नंबर देंगे उसे आप?
तो 5-6 नंबर दे देंगे। जब उन्हें लिखत पड़ी इतने तो दिखे कोई आदमी पास तो कर दो 33 नंबर से। निर्मला सीतारमण ने कहा जो फाइनेंस मिनिस्टर ये किसानों का बजट पहल रखेंगे, पास कैसे कर देंगे? पूरी तरह से फेल हुई। हाँ नहीं, 28 नंबर देंगे सर। फाइनेंस मिनिस्टर ने कहा ये किसानों का बजट है, 28 देंगे ना, वो पेपर देना पड़ेगा फिर दोबारा। कंपार्टमेंट का हाँ, पेपर देना पड़ेगा। निर्मला सीतारमण ने कहा ये किसानों का बजट है, आप लोग मालामाल हो जाएंगे। इससे पहले कभी ऐसा अच्छा, बजट नहीं कौन था। सा फार्मूला है हमें भी तो बता दो ना। हम भी तो बार बार कह रहे हैं कि फार्मूला हमको 1.5 साल वाली जो बातचीत थी वो बरकरार अभी आगे क्या आप लोग उस पे नहीं हमें वो नहीं। तो अभी लास्ट बातचीत हुई कब है आपकी सरकार से, चाहे राज्य या केंद्र से? एक वीडियो भी हम देख रहे थे, वायरल हो रहा था कि आप योगी जी से बात कर रहे हैं ऐसा टेलीफोन पे। नहीं, वो गलत तरीके का वो करा गया। वो यहाँ की अधिकारी का फोन था जी, और उसको हम कह रहे थे कि हमारी जो सुविधाएं हैं वो आप दो। वो किसी ने गलत वो करके योगी जी का फोटो लगा के जब उन्होंने वो कराया, और योगी जी से बात नहीं। संगठन अभी 40 ही हैं या अभी ऊपर या नीचे कुछ बात करेंगे? क्योंकि देखिए संगठन को लेकर बीच में इस तरह की खबरें आई थी कि कुछ वापस ले चुके हैं, हालांकि फिर वापस वो जुड़ते चले गए। तो क्या बढ़ गए हैं या घट गए हैं संगठन? कितने संगठन बात कर रहे हैं अभी सरकार से? नहीं, बात तो 40 लोगों की कमेटी है, उसमें कर रहे हैं बातचीत, उसमें कर रहे हैं। वो पूरा जो कमेटी वहाँ की है वो तय करेगी उसमें जी। क्योंकि लास्ट बातचीत सरकार ने जो कहा था आप लोगों से हुई थी कि तारीख आपको निकालनी है, तो अब आप तारीख निकाल रहे हैं क्या? तारीख उनको देनी पड़ेगी। वही ठीक है सर, जब आप यहाँ पर आए थे आपने कहा था 6 महीने का राशन। उसकी भी तो लड़ाई हमें लड़नी पड़ेगी, और कौन लड़ेगा? अगर हमारे पक्ष में कोई पत्रकार दिखा होगा तो उसकी गिरफ्तारी होगी। आपने भी तो अतीत कर रखी थी सारे पत्रकारों ने। आप भी तो यहाँ से खबरों को कहीं ना कहीं बयानों को थोड़ा सा काटा और दिखा दिया। हमने एक हाथ दिखाओ जो कुछ दिखाना। प्रेस का तो हम धन्यवाद करें भाई, ऊपर भगवान है नीचे प्रेस है हमारी, उसी ने तो मदद कर रही है भाई। ठीक है तो सर, धन्यवाद जब आप करें। आए थे आपने कहा था 6 महीने का राशन लेकर आए, कितने दिन अभी और चलेगा? राशन तो आता जाता रहेगा, किसान जाएगा नहीं। तो जब जब बैरिकेड लगा दिया गया तो आपके राशन कैसे आ रहे हैं और आपके समर्थक राशन कैसे आ रहे दिल्ली हैं? से थोड़ा आता है, राशन तो इधर का आता है। मतलब राशन आपूर्ति में फर्क नहीं है अभी के लिए, हैं? अभी के लिए राशन नहीं, आपूर्ति नहीं। में फर्क नहीं है। दिग्गज साहब, आपने आज स्टेज में कहा था कि 40 लाख ट्रैक्टर का कुछ प्लान आपने हाँ, ऑल ओवर इंडिया। उसके बारे में वो बताएं। तो यात्रा निकाल लेंगे हम। कोई समय निश्चित हुआ है उसके लिए कब? नहीं, अभी नहीं। वो यात्रा रहेगी जब हम यहाँ से चले जाएंगे। हम हार कर जाएं या जीत कर जाएं, अमृतसर का भी यहाँ से जाएंगे। पहले हम यहाँ से अमृतसर जाएंगे, वहाँ माथा टेकेंगे। उसके बाद में और जगह जाएंगे। रात हम मंदिर चले गए थे, लेकिन हम मुजफ्फरनगर की सीमा में नहीं जाएंगे। पहले वहाँ गृह जनपद नहीं जाएंगे, गृह जनपद नहीं, पहले वहाँ जाएंगे, फिर गृह जनपद जाएंगे, फिर आगे का प्रोग्राम बनाएंगे। पूरे देश में किसान संगठनों को जोड़ने के लिए जो 40 लाख ट्रैक्टर की बात करिए, वो पूरे ट्रैक्टर होंगे कि एक जिले से दूसरे जिलों में ट्रैक्टर वे चलते रहेंगे। उन्हीं जिलों के? वो हाँ, उसी जिले का ट्रैक्टर, एक जिले का ट्रैक्टर एक जिले में रहेगा, फिर अपना घर जाओ, यात्रा चलती रहेगी। तो उस तरह का ये प्रण है। आप रोज कैब बदल रहे हैं सर, आपकी टोपी रोज बदल रही है। आज हिमाचली है, कल कुछ और। आया लोग आते हैं, वे कहेंगे हम या ये राजनीति है? आप राजनीति कहेंगे। अच्छा, कोई प्यार से लेकर आ गया, क्या हिमाचल का किसान नहीं? मैं तो हिमाचल का भी, उत्तराखंड का हूँ, मैं तो देश का किसान हूँ। कोई प्यार से जाकर देता है तो संस्कृति का संगम। हाँ, संस्कृति है तो हमारे देश। ठीक है सर, अब वार्ता कब होगी सरकार? जब सरकार चाहेगी, जब होगा कि भाई। बहुत बहुत धन्यवाद आपका। एक मिनट जी। ਸੰਗਤ ਜੀ ਤੁਹਾਨੂੰ ਗਾਜ਼ੀਪੁਰ ਬਾਰਡਰ ਦਾ ਜਿਹੜਾ ਹਵਾਈ ਦ੍ਰਿਸ਼ ਹੁਣ ਅਸੀਂ ਦਿਖਾ ਰਹੇ ਹਾਂ ਇਸ ਸਮੇਂ, ਤੇ ਤੁਸੀਂ ਜਿਹੜਾ ਇਕੱਠ ਹੈ ਉਹ ਬਖੂਬੀ ਦੇਖ ਸਕਦੇ ਹੋ। ਹਾਈਵੇ ਨੇ ਜਿਹੜੇ ਦੋਨਾਂ ਪਾਸਿਆਂ ਤੋਂ ਤੁਸੀਂ ਬੈਰੀਕੇਡਿੰਗ ਦੇਖ ਸਕਦੇ ਹੋ ਇਸ ਸਮੇਂ ਕੀਤੀ ਹੋਈ ਹੈ, ਤੇ ਜਿਹੜਾ ਆਵਾਜਾਈ ਵੀ ਦੋਨਾਂ ਪਾਸਿਆਂ ਤੋਂ ਬਿਲਕੁਲ ਬੰਦ ਹੈ। ਤੇ ਪਰ ਜਿਹੜੀ ਗਿਣਤੀ ਤੇ ਉਤਸ਼ਾਹ ਹੈ, ਮੈਨੂੰ ਲੱਗਦਾ ਕਿ ਉਹ ਸਰਕਾਰ ਘਟਾ ਨਹੀਂ ਸਕੀ, ਕਿਉਂਕਿ ਇੰਨੇ ਨਿਡਰ ਤੇ ਇੰਨੇ ਪੋਜ਼ਿਟਿਵ ਚੱਲਣ ਵਾਲੇ ਸਾਡੇ ਲੋਕ ਨੇ ਕਿ ਹਰ ਇੱਕ ਸਥਿਤੀ ਦਾ ਜਿਹੜਾ ਸਾਹਮਣਾ ਉਹ ਡਟ ਕੇ ਹੱਸ ਕੇ ਕਰਦੇ ਆਏ ਆ ਤੇ ਕਰ ਰਹੇ ਆ ਹੁਣ ਇਸ ਸਮੇਂ। ਜੇ ਤੰਬੂਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਲੱਗਦਾ ਕਿ ਗਿਣਤੀ ਜਾਂ ਮਿਣਤੀ ਇਹਦੀ ਹੋ ਹੀ ਨਹੀਂ ਸਕਦੀ, ਕਿਉਂਕਿ ਜਿੱਥੋਂ ਤੱਕ ਵੀ ਨਿਗਾਹ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ, ਜਿੱਥੋਂ ਤੱਕ ਵੀ ਨਜ਼ਰ ਜਾਏਗੀ ਤੁਹਾਡੀ, ਤੇ ਰਹਿਣ ਬਸੇਰੇ ਦਿਸ ਰਹੇ ਆ ਕਿਸਾਨ ਭਰਾਵਾਂ ਦੇ
ਤੰਬੂ ਹੋ ਗਏ ਜਾਂ ਜੋ ਵੀ ਉਹਨਾਂ ਨੇ ਪ੍ਰਬੰਧ ਟਰਾਲੀਆਂ ਦੇ ਵਿੱਚ ਕਿਸੇ ਵੀ ਥਾਂ 'ਤੇ ਉਹਨਾਂ ਨੇ ਆਪਣੇ ਰਹਿਣ ਦਾ ਪ੍ਰਬੰਧ ਕੀਤਾ ਉਹ ਤੋਂ ਨਜ਼ਰ ਆ ਰਿਹਾ ਹੈ। ਕਾਰਾਂ ਵੱਡੀ ਗਿਣਤੀ ਦੇ ਵਿੱਚ ਖੜੀਆਂ ਨਜ਼ਰ ਆ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਜਿੱਥੇ ਸਿੰਘੂ ਬਾਰਡਰ ਤੇ ਅਸੀਂ ਤੁਹਾਨੂੰ ਝਲਕੀਆਂ ਦਿਖਾਈਆਂ, ਉੱਥੇ ਹੀ ਸਾਰੀ ਸੰਗਤ ਐਕਸਾਈਟਡ ਸੀ ਕਿ ਆਪਣਾ ਗਾਜ਼ੀਪੁਰ ਬਾਰਡਰ ਦੇ ਉੱਤੇ ਜਿਹੜਾ ਉਹਨਾਂ ਨੂੰ ਮੌਕੇ ਦਾ ਹਾਲ ਹੈ ਉਹ ਦਿਖਾਇਆ ਜਾਵੇ। ਤੇ ਇਸੇ ਕਰਕੇ ਹੁਣ ਅਸੀਂ ਗਾਜ਼ੀਪੁਰ ਬਾਰਡਰ ਤੇ ਜਿਹੜੀ ਸਪੈਸ਼ਲ ਗੱਲਬਾਤ ਕਰਨ ਆਏ ਆ। ਰਾਜ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇਸ ਸਮੇਂ ਜੀ। ਸੋ ਇਹ ਹਾਲ ਬਿਆਨ ਕਰਨਗੇ। ਪਿਛਲੇ ਦਿਨੀ ਜਿਹੜਾ ਵਰਤਾਰਾ ਵਰਤਦਾ ਹੈਰਾਨੀ ਵੀ ਹੁੰਦੀ ਹੈ ਸੰਗਤ ਨੂੰ, ਉਸ ਤੋਂ ਬਾਅਦ ਜਿਹੜਾ ਸਾਰਾ ਕੁਝ ਹੀ ਮਤਲਬ ਸੌਟ ਆਊਟ ਹੋ ਜਾਂਦਾ ਤੇ ਬੜੀ ਚੜ੍ਹਦੀ ਕਲਾ ਵਾਲੀ ਜਿਹੜੀ ਗੱਲ ਬਣ ਜਾਂਦੀ ਹੈ। ਉਹਦੇ ਬਾਰੇ ਜਿਹੜਾ ਭਾਈ ਸਾਹਿਬ ਹੈ ਹੁਣ ਸੰਗत ਨੂੰ ਦੱਸਣਗੇ। 26 तारीख की जो परेड थी हमारी, तो 26 तारीख के परेड में सारे के सारे किसान ट्रॉलियों में बैठ के अपने धरने के लिए, मतलब जो भी उन लोगों को झंडा लगाना है या भाई अपना रैली निकालनी थी तो रैली के लिए निकल गए। यहाँ जो हमारे किसान भाई हैं बहुत कम रह गए थे, तो रात को अचानक सब जो है 27 तारीख सब वहाँ से सारे किसान भाई जब रिटर्न आए तो बहुत कम किसान, मतलब कुछ लोग ऐसे थे कि भाई उनके मन में जो सोच थी कि भाई 26 तारीख आ गई, 26 तारीख आ गई तो कुछ रिजल्ट नहीं निकला, तो कुछ भाई उसमें से घर की तरफ चले गए। लेकिन ऐसा नहीं था कि वो घर की तरफ चले गए तो उनको वापस नहीं आना था। 27 तारीख को जो माहौल क्रिएट हुआ, सब जो जिस तरीके से यहाँ पे अचानक रात के टाइम पे करीब 11:45 पे समथिंग बिल्कुल अंधेरा हो गया और हम लोग यहीं अपने मीडिया हाउस में ही सब लोग बैठे हुए थे, हम 4-5 बंदे और कुछ 150, 200, 250 किसान या 300 होंगे, इससे ज़्यादा मैं नहीं बता सकता क्योंकि, लेकिन मेरी जो समझ थी, मेरी जो सोच थी उस हिसाब से उतने ही किसान थे। अचानक जो है बाहर की तरफ से बहुत आवाज़ें आनी शुरू हुई, तो हमने जा कर के देखा तो फोर्स जो है तीनों तरफ से, हमारे जो तीनों तरफ से फोर्स है, जो हमारे लिए जो रास्ते हैं उन पे उनकी सारी की सारी फोर्सें रेडी होकर खड़ी हो गई। और 11:45 पे समथिंग जो है ना, लाइट इन्होंने पूरा स्ट्रीट लाइट वगैरह जो है वो कट कर दी। और ये लाइट कट करने से क्या हुआ कि किसानों के बीच में थोड़ी सी घबराहट जैसी हुई कि भाई लाइट क्यों कटी, क्योंकि लाइट स्ट्रीट लाइट है वो नहीं कटती है। तो उसके हिसाब से फिर हमने जो है ना हमारा जो भंडारा है गाजीपुर भंडारा, हम ठीक है, हमारे गौरव टिकैत भाई जी थे साथ में, तो हम सब लोग यहाँ पे मिल कर के उनसे भाई के अनाउंस कराएं यहाँ पे कि किसान भाइयों को बोले कि घबराने की कोई ज़रूरत नहीं है, सारे किसान भाई जो है वापस आ रहे हैं। और इसी तरीके से हमारा जो है ना पूरी रात हम लोग जो है अपना घूमते रहे, सबको सबकी हिम्मतें बढ़ाते रहे और सारे किसान भाई जो है हमारे साथ में डटे रहे। फिर किसी की हिम्मत नहीं हुई, रात के करीब 3-3:30 बजे तक बहुत सारे किसान भाई जो अपने ट्रैक्टर लेके गए थे, ट्रालियाँ लेके गए थे, सारे के सारे वापस आ रहे थे। फिर ये चीज़ें देख करके इनके हौसले जो है ना पस्त हो गए जी। और ये जो हमारे किसान भाइयों के बीच में जो खुशी की लहरें आई, ठीक, ये हम लोगों को जो है ना, मतलब जो हमारी हिम्मत जो टूट चुकी थी 1 सेकंड के लिए, तो उनको देख करके हमारी हिम्मत जो है और 4 गुना बढ़ गई। हमारे अंदर जो है ना वो लड़ने की ताकत, उनसे लड़ने की क्षमता, हमें लड़ना नहीं है, लेकिन हमारा जो मनोबल जो तोड़ने की कोशिश कर रहे थे, वो हमारा मनोबल ये तोड़ नहीं पाए ये लोग। बस यही जो था, बाकी तो आप लोग सब देख ही रहे हैं किस तरीके से है, क्या है। ਸੰਗਤ ਜੀ, ਅਸੀਂ ਚਾਹਾਂਗੇ ਕਿ ਹੁਣ ਮੌਕਾ ਵੀ ਤੁਹਾਨੂੰ ਦਿਖਾਇਆ ਜਾਵੇ ਕਿੱਥੇ ਕਿੱਥੇ ਹਲਚਲ ਹੋਈ ਹੈ, ਕੀ ਗੱਲਬਾਤ ਹੋਈ ਹੈ। ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ, ਤੁਹਾਨੂੰ ਸਾਰੇ ਦ੍ਰਿਸ਼ ਵੀ ਦਿਖਾਵਾਂਗੇ, ਨਾਲ ਦੀ ਨਾਲ ਭਾਈ ਸਾਹਿਬ ਅੱਗੇ ਬੇਨਤੀ ਕਰਾਂਗੇ ਕਿ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਸੰਗਤ ਨੂੰ ਦੇਣ। भाई अपना यूपी और गाज़ियाबाद जो है, मतलब यूपी और दिल्ली, ये दोनों का बॉर्डर है यहाँ पे। और बॉर्डर पे जिस तरीके से फोर्सें हैं, आप अभी ये देखना चाहें तो आपका कैमरा उस तरफ कीजिए, सारी फोर्स अभी भी खड़ी हुई है। और इन लोगों ने जिस तरीके से बैरिकेड वगैरह बनाया है किसानों को परेशान करने के लिए, लोकल पब्लिक को परेशान करने के लिए, क्योंकि ये जंगल है, जंगल से इन्होंने पूरा रास्ता भी बंद कर दिया कि आम पब्लिक जो है वो भी ना आ सके। इनकी मंशा ये है कि हम जो है जो कुछ भी ये करेंगे वो सब कुछ जो है किसानों के ऊपर थोपा जाए
कि भाई हमने नहीं किया, किसानों ने ये खुद किया, इन जो है इनकी वजह से लोगों को तकलीफ हो रही है। तो ये सारी जो है ना ये चीज़ें जो है जिस तरीके से ये लोग करना चाहते हैं, तो ये देखें ऊपर ये लोग क्या और आगे भी क्या करना चाहते हैं, किस तरीके से करना चाहते हैं। आप ऊपर ब्रिज भी देख रहे होंगे, ब्रिज के ऊपर भी इन लोगों ने बहुत बैरिकेड्स लगाए हुए हैं। और ये पहले नहीं था, ये 3-4 दिनों के अंदर जो है ना इतने सारे बैरिकेड्स बनाए हैं अभी, और बहुत ही मतलब ज़बरदस्त इन लोगों ने अपना बैरिकेड बनाया हुआ है। और तो भी हमने अपना जो है ना मीडिया हाउस टेंट जो है दिल्ली बॉर्डर के अंदर ही हमने अपना बनाया हुआ है। ਸੋ ਸੰਗਤ जी चेतावनी का ਜਿਹੜਾ ਇੱਥੇ 144 ਜਿਹੜੀ लगाई है, इसके बारे में भी बताइए जी। धारा 144 अभी तक ये देख सकते हैं कि होर्डिंग यहाँ पे टंगी हुई है जी। ये इन लोगों ने अपने हिसाब से जैसे लिखा हुआ आदेशानुसार उपायुक्त पुलिस पूर्वी जिला दिल्ली, मतलब 144 CRPC, मतलब ये लोगों ने लगाया है कि अगर यहाँ पे अंदर की तरफ हमारे किसान भाई अगर हाँ इसके आगे अगर ये कुछ प्रदर्शन करने की मतलब कोशिश करते हैं तो ये लोग कुछ भी कर सकते हैं। ये अपना हमारा जो अपना है यहाँ से जो बैरिकेड लगे हुए, बैरिकेड के पीछे हम अपना खड़े रहते हैं, किसान भाई आते हैं, सारे बैठते हैं, बातचीत होती है। हमारे जो अध्यक्ष लोग हैं वो भी आते हैं, सारे बैठते हैं, सब बातचीत करते हैं यहाँ पे। हम इनके आगे नहीं जा सकते, इसलिए इन्होंने बैरिकेड्स के लिए वो अपना ये व्यवस्था किए रखी है जी। तो इतने जो अभी आज की डेट में जो आम लोग थे, सुबह करीब 12-12:30 बजे से इन लोगों ने आम लोगों के लिए भी रास्ता जो था आने जाने का, वो रास्ता भी इन लोगों ने बंद कर दिया है। पहले सुबह 12 बजे तक खुला हुआ था आम रास्ता। अब ये जंगल का सीन देख रहे होंगे, लोग जो है ना यहाँ से बंद किया था, जंगल के रास्ते से आते थे, ये शॉर्ट रास्ता है। तो ये रास्ता जो है यहाँ पे एक मंडी है मुर्गा मंडी करके, तो ये मेन रोड पे मिलती है ये रोड जो सीधा, तो ये रोड को इन्होंने बंद किया। पीछे जो हमारी जो रोड है पीछे की साइड पे जो मेन रोड कहलाती है, उस रोड को भी उन लोगों ने वहाँ से बंद कर दिया है। और जेसीबी मशीन वगैरह से इन लोगों ने बाकायदा जो है ना बड़े बड़े गड्ढे खुदवा रखे हैं, और खुद पुलिस वाले वहाँ पे तैनात हैं कि भाई यहाँ से किसी को आना और जाना दोनों मना कर दिया है। तो अब लोगों को मतलब काफ़ी समस्याएं इस तरीके से हो रही हैं, और ये समस्याएं उत्पन्न करने वाले ये खुद पुलिस के लोग हैं और जवान हैं, जो ये हम लोगों को यही कहेंगे कि भाई ये सारा सब कुछ जो है वो किसान ही कर रहे हैं। तो इनकी जो मंशा है वो हम पूरी नहीं होने देंगे। हम अपना हक लेके रहेंगे और अपना हक लेके ही रहेंगे और अपना हक लेके ही रहेंगे, चाहे कुछ भी हो जाए। कह रहे थे कि जो दिल्ली के लोग हैं आपको उठाना चाहते हैं, अभी दिल्ली के लोग कैसे आ रहे हैं आपके पास, क्या हो रहा है? दिल्ली के लोग देखिए, अब बहुत सारे रास्ते हैं दिल्ली से यूपी के अंदर आने के लिए, तो लोगों को जो रास्ते मिलते हैं अपने गाजियाबाद बॉर्डर आने के लिए, तो लोग जो है अपना आ रहे हैं। मीडिया, इवन मीडिया तक को भी जो है ना इतनी सारी परेशानियों का सामना करना पड़ रहा है। बहुत सारी मीडिया से हैं, पहुंच नहीं पा रही हैं, आ भी नहीं पा रही हैं ये लोग, लेकिन तो भी मीडिया जो है ना किसी तरीके से अपने जो है ना, जिसको बोलते हैं ना कि भाई 10 मिनट में बंदा पहुंचता था, तो अभी 10 मिनट की जगह 2 घंटे में बंदा पहुंच रहा है, लेकिन आ जरूर रहे हैं। और वो चीज़ आने के बाद ये लोग भी देख रहे हैं कि क्या है पुलिस प्रशासन ने जो किया हुआ है, किस तरीके से जो है ना घेराबंदी करके रखी हुई है, आप सबके सामने है। ये ऊपर के ब्रिज के ऊपर भी लास्ट साइड पे भी उन्होंने दोनों साइड, पहले एक साइड खुला था, एक तो अभी उन्होंने दोनों साइड बंद कर दिया है। यानी कि ऊपर से आप दोनों नहीं, दोनों रोड जो है, जैसे एक 1 वे है एक और एक 2 वे, मतलब जो लेन होती है एक आने की एक जाने की, तो दोनों लेन बंद कर दी है आज। पहले वो चीज़ नहीं थी, पहले एक वहाँ से लेन आती थी कि लोग बाहर निकल सके दिल्ली से, तो वो जो दिल्ली वाली लेन थी उन्होंने वो लेन भी आज बंद कर दी ऊपर ब्रिज के ऊपर से। और नीचे का तो देख ही रहे हैं आप लोग, बंद कर चुके हैं ये तो। ਨਾਲ ਹੀ ਇੱਥੇ ਇੱਕ ਹੋਰ ਵੀਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਡਟੇ ਨੇ, अर्जुन जी ਸਾਡੇ ਨਾਲ मौजूद ने। भाई मैं जानना चाहूँगा कि राजनीतिक तौर पे कौन आपका साथ दे रहा है और कौन नहीं दे रहा है, यानी कि किस तरह की मुश्किलें आपके लिए कह सकते हैं कि जानबूझ के खड़ी की जा रही हैं, या उसका कोई आपको हल मिल रहा है, उसके बारे में थोड़ा खुल के बताइए। ऐसा है, उत्तर प्रदेश सरकार जब हम यहाँ 26 नवंबर में 27 में आए, तो उत्तर प्रदेश सरकार ने सभी तरीके की सुविधाएं दी। जल निगम सभी सुविधाएं आए, बाथरूम आए, शौचालय आए, और सफाई कर्मी लगाए गए, और सभी तरीके की लाइट मुहैया कराई गई। उत्तर प्रदेश सरकार ने सभी प्रकार की सुविधाएं दी। तब ये 26 जनवरी के बाद जो वाक्य हुआ, तो 27 जनवरी को उत्तर प्रदेश सरकार ने लाइटें जो थी वो काट दी गई, और पानी की अपनी व्यवस्था जो थी वो हटा ली, और अपनी जो सफाई कर्मी थे उन्हें भी हटा दिया। 27 तारीख में ये सब कुछ हुआ,
और उसके बाद 28 तारीख में जो है उनकी मंशा थी कि यहाँ से किसानों को हटाया जाए जोर ज़बरदस्ती करके। उसके बाद सभी किसानों का एक बहुत अच्छा आह्वान कहिए टिकैत साहब के थ्रू जो आंसू जो निकले हैं, उनकी एक भावनाओं को लेकर टिकैत साहब जो किसानों के लिए लड़े और किसानों को बचाने के लिए लगातार यहाँ पर हैं, तो उनकी वजह से सब यहाँ पर एकदम किसानों का जो एक समूह है वो दोबारा से पूर्ण तरीके से जुड़ा। और जुड़ने के बाद जब उत्तर प्रदेश सरकार ने जो चीज़ें हमारे से वापस ली थी, उसके बाद दिल्ली सरकार ने जो है उसमें कन्फर्म कर दिया कि अगर आपको यूपी सरकार नहीं देगी तो दिल्ली सरकार उसके आपको जल भी देगी और आपको शौचालय भी देगी, सफाई कर्मी भी देगी, सभी तरीके की सुविधाएं दिल्ली सरकार ने हमसे देने का वादा कर दिया था। पर फिर भी इसमें हम दिल्ली सरकार का बहुत बहुत धन्यवाद करते हैं कि उन्होंने किसानों के साथ ऐसे खड़े हुए इस बुरे टाइम में। और उत्तर प्रदेश सरकार ने भी वापस सभी सुविधाएं जो हैं वो फिर से यहाँ पर भेजनी शुरू कर दी, चाहे सफाई कर्मी हो, टॉयलेट हो, शौचालय हो। डर बना होगा कि वोटिंग के टाइम जो हमने सुविधा वापस ली है, अगर वोटिंग का टाइम आएगा तो ये कहीं पे अड़चन पैदा बिल्कुल, ये बहुत बड़ा एक फैक्ट था कि उन्हें जब अपना वोट जो है वो कन्वर्ट होता दिखा तो उन्होंने जो सभी सुविधाएं या उनका वोट कन्वर्टेशन सिस्टम हो या उनके दिल में कुछ ऐसा आया हो कि भाई नहीं वापस हम इस सिस्टम को फिर उसी तरीके से लागू करेंगे। और हमने भी यही आह्वान है उत्तर प्रदेश सरकार से हमारा कि भाई उत्तर प्रदेश सरकार अपने मौजूदा जो गन्ने का पेमेंट है और जो गन्ने की पर्चियों पर 0-0 लिखा रहा है उस भाव पर काम करे और किसानों के मूलभूत जो सुविधाएं हैं उन पर काम करे। उत्तर प्रदेश सरकार और प्रशासन से हमारा यही आह्वान है कि वो पूर्ण तरीके से यहाँ पर हमारा सहयोग करें और हम भी शुरू से ही सरकार का और प्रशासन का सहयोग करते आए और करते रहेंगे। ਸੰਗਤ ਜੀ ਰੂਹ ਆਸ਼ਾ ਸ਼ਿਕਾਰ ਉੱਠਦੀ ਹੈ ਜਦ ਲੱਖਾਂ ਦਾ ਇਕੱਠ ਉਮੜਿਆ ਹੋਇਆ ਇੱਥੇ ਦੇਖਦੇ ਹਾਂ। ਕਿਸਾਨ ਏਕਤਾ ਮੋਰਚਾ ਗਾਜ਼ੀਪੁਰ ਜਿੱਥੇ ਸਟੇਜ ਦੇ ਸਾਹਮਣੇ ਅਸੀਂ ਇਸ ਸਮੇਂ ਖੜੇ ਹਾਂ ਤੇ ਤੁਸੀਂ ਦੇਖ ਸਕਦੇ ਹੋ। ਮੈਂ ਚਾਹਾਂਗਾ ਕਿ ਇੱਧਰ ਵੀ ਜਿਹੜਾ ਕੈਮਰਾ ਘੁਮਾ ਕੇ ਇੱਕ ਵਾਰ ਦਰਸ਼ਨ ਕਰਵਾਏ ਜਾਣ। ਹਾਲੇ ਜਿੰਨੀ ਸੰਖਿਆ ਇੱਥੇ ਤੁਸੀਂ ਦੇਖ ਰਹੇ ਹੋ ਇਸ ਤੋਂ ਵੀ ਜ਼ਿਆਦਾ ਸੰਖਿਆ ਇਸ ਫਲਾਈਓਵਰ ਦੇ ਪਰਲੀ ਸਾਈਡ ਥੱਲੜਲੇ ਬੰਨੇ ਜਿਹੜੀ ਸੰਖਿਆ ਹੈ ਉਹ ਬਹੁਤ ਵੱਡੀ ਹੈ ਤੇ ਉਤਸ਼ਾਹ ਨਜ਼ਰ ਆ ਰਿਹਾ ਸਾਰਿਆਂ ਦੇ ਵਿੱਚ, ਇੱਕ ਜੋਸ਼ ਨਜ਼ਰ ਆ ਰਿਹਾ ਹੈ ਤੇ ਜਿੱਤ ਦੀ ਉਮੀਦ ਨਜ਼ਰ ਆ ਰਹੀ ਹੈ। ਅੱਖਾਂ ਦੇ ਵਿੱਚ ਇੱਕ ਨਵੀਂ ਜਿਹੜੀ ਹੈਗੀ ਹੈ ਆਪਾਂ ਕਹੇ ਉਮੀਦ ਉਹ ਨਜ਼ਰ ਆ ਰਹੀ ਹੈ। ਵਾਹਿਗੁਰੂ ਜੀ, ਅਸੀਂ ਗਾਜੀਪੁਰ ਬਾਰਡਰ ਤੇ ਖੜੇ ਹਾਂ ਤੇ ਇੱਥੇ ਸਾਨੂੰ ਮਿਲੇ ਨੇ ਭਾਈ ਰਿਆਜ਼ ਅਹਿਮਦ ਜੀ ਜੋ ਪਹਿਲਾਂ ਯੂਪੀ ਗਵਰਨਮੈਂਟ ਵਿੱਚ ਮਿਨਿਸਟਰ ਵੀ ਰਹੇ ਨੇ। ਸੋ ਉਹਨਾਂ ਤੋਂ ਆਪਾਂ ਜਾਣਾਂਗੇ ਕਿ ਇਹ ਜੋ ਸੰਘਰਸ਼ ਹੈ ਇਹ ਹੁਣ ਜੋ ਨਵਾਂ ਰੁਖ ਲਿਆ ਹੈ ਉਹਦੇ ਬਾਰੇ ਸੰਗਤਾਂ ਦੇ ਨਾਲ ਹੋਰ ਜਾਣਕਾਰੀ ਦੇਣ। देखिए, आज जो किसान सिर्फ ज़मीन बचाने का काम नहीं कर रहे हैं, सारे किसानों का ये संघर्ष कहीं बेकार नहीं जाने वाला है। इससे इस देश का लोकतंत्र बचेगा, देश बचेगा, नौजवान बचेगा, ज़मीन बचेगी, सम्मान बचेगा। इस संघर्ष से कई रास्ते निकलने वाले हैं। ये किसानों का संघर्ष एक ऐसी चाबी है जिससे कई ताले खोले जाएंगे। और मैं कोट कोट बधाई देना चाहता हूँ, धन्यवाद करना चाहता हूँ अपने बहादुर बुज़ुर्ग किसानों का, नौजवानों का और सभी साथियों का कि मिलकर इस जालिम सरकार के ख़िलाफ़ जिस तरीके का संघर्ष किया है इसे इतिहास कभी भुला नहीं सकेगा। और पूरे दुनिया में किसानों के संघर्ष का जो है इस जीत से पूरी दुनिया के किसानों को फ़ायदा होगा। ਇਹ ਜੋ ਰਿਆਜ਼ ਜੀ ਨੇ ਗੱਲ ਕਹੀ ਹੈ, ਮੈਂ ਹੁਣੇ ਆਪਣੇ ਟਕੈਤ ਸਾਹਿਬ ਜੀ ਨਾਲ ਗੱਲ ਕਰਕੇ ਆਇਆ ਸੀ ਕਿ ਟਕੈਤ ਸਾਹਿਬ ਹੁਣ ਕਿਤੇ ਵਿਦੇਸ਼ਾਂ ਦੇ ਜਿੱਥੇ ਵੀ ਕੋਈ ਬੈਠਾ ਹੈ, ਇਕੱਲੇ ਸਿੱਖਾਂ ਦੀ ਨਹੀਂ, ਇਹ ਸਾਰੀ ਦੁਨੀਆ ਦੇ ਕਿਸਾਨਾਂ ਦੀ ਕਿਸਮਤ ਇਸ ਸੰਘਰਸ਼ ਤੇ ਖੜੀ ਹੋ ਦੇਸ਼ ਦੁਨੀਆ ਦੇ ਵਿੱਚ ਕੋਈ 50-60 ਕੰਟਰੀ ਨੇ ਜਿੱਥੇ MSP ਦੀ ਜ਼ਰੂਰਤ ਹੈ ਔਰ ਗਰੀਬ ਮੁਲਕ ਜਦੋਂ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਐਗਜ਼ਾਮਪਲ ਉਹ ਆਪਣੀ ਫਸਲ 300 ਰੁਪਏ ਨੂੰ ਸੀਜ਼ਨ ਤੇ ਵੇਚ ਦਿੰਦਾ ਗਰੀਬ ਔਰ ਜਿਹੜਾ ਵਪਾਰੀ ਹੈ ਉਹ 3 ਮਹੀਨੇ ਰੱਖ ਕੇ ਉਸ ਨੂੰ ਡਬਲ ਕੀਮਤ ਤੇ ਦੁਬਾਰਾ ਵੇਚਦਾ। ਸੋ ਇਸ ਸੰਘਰਸ਼ ਤੋਂ ਉਹਨਾਂ ਮੁਲਕਾਂ ਨੂੰ, ਗਰੀਬ ਮੁਲਕਾਂ ਨੂੰ, ਖਾਸ ਕਰਕੇ ਅਫਰੀਕਾ ਦੇ ਕੰਟਰੀਆਂ ਨੂੰ ਬਹੁਤ ਇਸ ਤੋਂ ਅੱਗੇ ਦੇ ਵਾਸਤੇ ਜਿਹੜਾ ਫਿਊਚਰ ਹੈ ਉਹਨਾਂ ਨੂੰ ਦਿਸ ਰਿਹਾ ਹੈ ਕਿ ਅਗਰ ਇਹ ਸੰਘਰਸ਼ ਜਿੱਤ ਲਿਆ ਕਿਸਾਨਾਂ ਨੇ ਤਾਂ ਉਹ ਵੀ ਆਪਣੇ ਸਰਕਾਰਾਂ ਦੇ ਅੱਗੇ ਆਪਣਾ किसान एकता जिंदाबाद, किसान एकता जिंदाबाद, किसान एकता।
ਸੰਗਤ ਜੀ ਦੇਖ ਸਕਦੇ ਹੋ ਇਸ ਸਮੇਂ ਤੁਸੀਂ ਜਿਹੜਾ ਟਕੈਤ ਸਾਹਿਬ ਜਲ ਛਕ ਰਹੇ ਨੇ, ਖਾਸ ਤੌਰ ਤੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਲਿਆ ਕੇ ਇਹਨਾਂ ਨੂੰ ਜਲ ਛਕਾਇਆ ਜਾ ਰਿਹਾ, ਨਾਲ ਹੀ ਜਕਾਰੇ ਛੱਡੇ ਜਾ ਰਹੇ ਆ। ਸੰਗਤ ਜੀ ਜਨਤਾ ਦਾ ਜਿਹੜਾ ਉਤਸ਼ਾਹ ਉਹ ਤੁਸੀਂ ਇਸ ਵਿਰੋਧ ਦੇ ਰੂਪ ਦੇ ਵਿੱਚ ਦੇਖ ਸਕਦੇ ਹੋ। ਆਪਾਂ ਬਿੱਲ ਵਾਪਸੀ ਘਰ ਵਾਪਸੀ ਬਿੱਲ ਵਾਪਸੀ ਘਰ ਵਾਪਸੀ ਬਿੱਲ ਵਾਪਸੀ ਘਰ ਵਾਪਸੀ ਬਿੱਲ ਵਾਪਸੀ ਘਰ ਵਾਪਸੀ ਘਰ ਵਾਪਸੀ ਘਰ ਵਾਪਸੀ ਘਰ ਵਾਪਸੀ ਘਰ वापसी घर वापसी घर वापसी। मेरा नाम रविंदर त्यागी है। मैं श्री राम पिस्टन का मजदूर हूँ। 20 साल तक मैंने स्थायी परमानेंट काम किया। मुझे कंपनी ने तानाशाही नीतियों के कारण बाहर कर दिया। मैंने मजदूरों के शोषण के विरुद्ध आवाज़ उठाई। यहाँ का शासन प्रशासन पिछले 1 वर्ष से गाजियाबाद का हमें कोई इंसाफ नहीं दिला पाया। फिर हम पैदल चल के पहले एक डीएम साहब को आदेश करवा कर लाए कमिश्नर साहब से, फिर दोबारा हम गए 15 दिन बाद पैदल चलकर परिश्रम कर कर, फिर भी कोई इंसाफ नहीं मिला। सीएम साहब के पास गए लखनऊ, वहाँ से आदेश करवा कर लाए। यहाँ के सांसद के लिए लिख दिया उन्होंने, जिसके हम पे सबूत हैं, सारे कागज़ हैं इसमें जिन्हें हम दिखा सकते हैं, फिर भी कोई इंसाफ नहीं मिला। और महेश शर्मा जी ने कह दिया आप मेरे क्षेत्र के नहीं हैं, दूसरे क्षेत्र के, मेरा मामला कुछ नहीं है। गलती से सीएम साहब ने लिख दिया। सीएम साहब डिप्टी सीएम दिनेश शर्मा जी ने लिखा था जो हमारे कागज़ पे, और हमें यहाँ के शासन प्रशासन ने कोई इंसाफ नहीं दिया। दिया तो हम मजदूरों को ये हथकड़ी दी, लॉकअप दिया, जेल दी, वो रात भर हमें उसमें रखा। ये अपराध है हम मजदूरों का, इंसाफ मांग रहे हैं हम। 1 साल से भटक रहे सड़कों पे। आज हमारे बच्चों की फीस जमा नहीं है, स्कूल से नाम काट दिए गए। हम मजदूर परेशान हैं, कहाँ जाएं। मेरे फंड के पैसे भी मुझे निकालने के लिए कंपनी ने मना कर दिया कि त्यागी जी जब तक तुम्हारा फैसला नहीं होगा कंपनी से कोई फंड नहीं निकाल सकते। बताओ मैं क्या करूं मजदूर आदमी। आज मैं इस पवित्र स्थान पर राकेश टिकैत जी के यहाँ आया हूँ। अपनी आवाज़, जो मेरी आवाज़ कोई सुन ले। 1 साल से कोई भी मेरा पत्रकार भाई, कोई मीडिया मेरी आवाज़ को नहीं दिखा रहा। सब चुप बैठ जाते हैं। वे सोचते हैं कि वो मजदूर मर जाएगा जब इसकी आवाज़ दिखाएंगे। आज ये हाल है हमारा, कोई नहीं सुनना हमारी। ਸੋ ਸੰਗਤ ਜੀ ਇੱਥੇ ਆਪਾਂ ਦੇਖ ਸਕਦੇ ਹਾਂ ਸਿਰਫ ਖੇਤੀ ਕਾਨੂੰਨਾਂ ਦਾ ਨਹੀਂ, ਹੋਰ ਵੀ ਹਰ ਪਾਸੇ ਜਿਹੜਾ ਸਰਕਾਰ ਜਕੜ ਰਹੀ ਹੈ ਆਮ ਇਨਸਾਨਾਂ ਨੂੰ ਇੱਕ ਦਬਾਇਆ ਜਾ ਰਿਹਾ, ਉਹਨਾਂ ਨੂੰ ਬਿਲਕੁਲ ਪਿੰਜਰੇ ਦੇ ਵਿੱਚ ਕੈਦ ਕੀਤਾ ਜਾ ਰਿਹਾ, ਉਹਨਾਂ ਨੂੰ ਨਮੋਸ਼ੀ ਦਿੱਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਬਾਰਡਰ ਦੇ ਉੱਤੇ ਜਿਹੜਾ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਜਿਹੜਾ ਇੱਥੇ ਲੰਗਰ ਪ੍ਰਸ਼ਾਦਾ ਦੀ ਸੇਵਾ ਜਿਹੜੀ ਇੱਥੇ ਕਰ ਰਹੇ ਆ, ਪਿਛਲੇ ਲੰਬੇ ਸਮੇਂ ਤੋਂ ਕਹਿ ਸਕਦੇ ਹਾਂ ਜਦੋਂ ਦਾ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਜਿਹੜੀ ਸੇਵਾ ਚੱਲ ਰਹੀ ਹੈ, ਉੱਥੇ ਇਸ ਸਮੇਂ ਅਸੀਂ ਖੜੇ ਹਾਂ ਤੇ ਇਕੱਠ ਸੰਗਤ ਦਾ ਮੈਂ ਸੋਚਦਾ ਕਿ ਜੇ ਤੁਸੀਂ ਦੇਖੋਗੇ ਤੇ ਤੁਹਾਡੀ ਚਿੰਤਾ ਦੂਰ ਹੋ ਜਾਏਗੀ। ਤੇ ਲੰਗਰ ਪ੍ਰਸ਼ਾਦੇ ਕਿੰਨੀ ਕੁ ਮਾਤਰਾ 'ਚ ਪੱਕ ਰਹੇ ਆ, ਕਿੰਨੀ ਮਾਤਰਾ 'ਚ ਤੰਦੂਰ ਲੱਗੇ ਆ, ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਸੰਗਤ ਦਾ ਇਕੱਠ ਹੈ ਤੇ ਮੈਨੂੰ ਲੱਗਦਾ ਕਿ ਇੱਥੋਂ ਦਾ ਜਿਹੜਾ ਮਾਹੌਲ ਹੈ ਉਹ ਤੁਹਾਡਾ ਸਭ ਸੰਗਤਾਂ ਦੀ ਜਿਹੜੀ ਚਿੰਤਾ ਹੈ ਉਹ ਦੂਰ ਕਰੇਗਾ। ਇੱਥੋਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ, ਹੋਰ ਜਿਹੜੇ ਸੱਜਣ ਵੀਰ ਖੜੇ ਇੱਥੇ ਪਹੁੰਚੇ ਆ। ਇਹ ਇੱਕ ਗੱਲ ਮੈਂ ਸੰਗਤ ਜੀ ਤੁਹਾਨੂੰ ਕਲੀਅਰ ਕਰ ਦੇਣਾ ਚਾਹਾਂਗਾ ਕਿ 26 ਜਨਵਰੀ ਦੇ ਜਿਹੜਾ ਦਿਨ ਮਿਥਿਆ ਗਿਆ ਸੀ ਪਰੇਡ ਵਾਸਤੇ, ਉਦੋਂ ਬਹੁਤ ਸਾਰੀ ਸੰਗਤ ਸਪੈਸ਼ਲ ਪਹੁੰਚੀ ਸੀ ਸਿਰਫ 26 ਜਨਵਰੀ ਦਾ ਪ੍ਰੋਗਰਾਮ, ਉਸ ਦਿਨ ਦਾ ਪ੍ਰੋਗਰਾਮ ਵੇਖਣ ਵਾਸਤੇ। ਬਹੁਤ ਸਾਰੀ ਸੰਗਤ ਆਪਣੀਆਂ ਕਾਰਾਂ ਤੇ, ਮੋਟਰਸਾਈਕਲਾਂ ਤੇ, ਟਰੈਕਟਰਾਂ ਤੇ ਇੱਥੇ ਪਹੁੰਚੀ ਸੀ। ਜਿਹੜੇ ਕੰਮਕਾਰ ਕਰਨ ਵਾਲੇ ਬੰਦੇ ਵੀ ਸੀ ਉਹ ਵੀ ਇਸ ਦਿਨ ਵਾਸਤੇ ਖਾਸ ਇੱਥੇ ਪਹੁੰਚੇ ਸੀ। ਕੰਮਕਾਰ ਕਹਿਣ ਤੋਂ ਭਾਵ ਵੀ ਜਿਹੜੇ ਕਿਸੇ ਨੌਕਰੀ ਪੇਸ਼ੇ ਨਾਲ ਸੰਬੰਧ ਰੱਖਦੇ ਸੀ, ਇਹ ਸਮਾਂ ਨਹੀਂ ਸੀ ਕੱਢ ਸਕਦੇ, ਉਹ 1-2 ਦਿਨ ਦਾ ਸਮਾਂ ਕੱਢ ਕੇ 26 ਜਨਵਰੀ ਦਾ ਪ੍ਰੋਗਰਾਮ, ਕਿਉਂਕਿ ਜਿਵੇਂ ਉਹ ਲਿਖਿਆ ਗਿਆ ਸੀ, ਉੱਥੇ ਵੇਖਣ ਲਈ ਪਹੁੰਚੇ। 26 ਜਨਵਰੀ ਦੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਇੱਥੇ ਅਚਾਨਕ ਜਿਹੜੇ ਵੀਰ ਸਪੈਸ਼ਲ ਪਹੁੰਚੇ ਸੀ ਉਹਨਾਂ ਦੇ ਚਾਲੇ ਵਾਪਸ ਪੰਜਾਬ ਵੱਲ ਨੂੰ ਪੈ ਗਏ। ਸੋ ਜ਼ਾਹਿਰ ਜੀ ਗੱਲ ਇਹ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਵੀ ਸੀ ਤੇ ਵੱਡੀ ਗਿਣਤੀ ਦੇ ਵਿੱਚ ਵਾਪਸ ਚਲੀ ਗਈ। ਸੰਗਤ ਵਾਪਸ ਸਿਰਫ ਉਹੀ ਗਈ ਜੋ ਸਿਰਫ 26 ਜਨਵਰੀ ਦਾ ਜਿਹੜਾ ਉਹ ਲੀਕਿਆ ਹੋਇਆ ਪ੍ਰੋਗਰਾਮ ਸੀ, ਮਿਥਿਆ ਹੋਇਆ ਪ੍ਰੋਗਰਾਮ ਸੀ, ਉਹ ਦੇਖਣ ਆਈ ਸੀ। ਕੱਲੀ ਉਹ ਸੰਗਤ ਵਾਪਸ ਗਈ। ਤੇ ਜੇ ਆਪਾਂ ਨਾਰਮਲ ਸੰਗਤ ਦੀ ਗੱਲ ਕਰੀਏ ਜਿਹੜੀ ਪਹਿਲਾਂ ਇੱਥੇ ਬੈਠੀ ਸੀ, ਉਹਦੀ ਗਿਣਤੀ ਤਾਂ ਸੰਗਤ ਜੀ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਣਤੀ ਜਿਹੜੀ ਆਮ ਸੰਗਤ ਦੀ ਹੈ। ਸੋ ਸਾਡਾ ਇੱਕ ਫਰਜ਼ ਬਣਦਾ ਸੀ ਇਹ ਸ਼ੱਕ ਦੂਰ ਕਰਨ ਦਾ। ਹੁਣ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰ ਸਾਡੇ ਨਾਲ ਨੇ, ਇੱਥੇ ਲੰਗਰ ਦੇ ਵਿੱਚ ਮੌਜੂਦ ਰਹਿੰਦੇ ਆ, ਇੱਥੇ ਜਿਹੜਾ ਮਾਹੌਲ ਹੈ ਉਹ ਦੇਖਦੇ ਰਹਿੰਦੇ, ਸੇਵਾ ਕਰਦੇ ਆ। ਸੋ ਆਪਾਂ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ। ਮੈਨੂੰ ਲੱਗਦਾ ਕਿ ਜਿਹੜੇ ਜ਼ਮੀਨੀ ਪੱਧਰ ਤੇ ਵਿਚਰਦੇ ਉਹਨਾਂ ਨੂੰ ਸਭ ਤੋਂ ਵੱਧ ਇਸ ਚੀਜ਼ ਬਾਰੇ ਜਾਣਕਾਰੀ ਹੁੰਦੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਹ ਆ ਵੀ 26 ਤੋਂ ਬਾਅਦ ਵਿੱਚ ਜਿਹੜਾ ਸੰਗਤ ਦਾ ਮਾਹੌਲ ਆ ਬਹੁਤ ਜ਼ਿਆਦਾ ਵੱਧ ਚੁੱਕਾ ਵਾ। ਇਸ ਕਰਕੇ ਆ ਤੰਦੂਰ ਵੀ ਸਾਨੂੰ ਵਧਾਉਣੇ ਪਏ ਆ ਤੇ ਪ੍ਰਸ਼ਾਦਾ ਵੀ ਅੱਗੇ ਨਾਲੋਂ ਬੰਦੇ ਜ਼ਿਆਦਾ ਵਧਾਉਣੇ ਪਏ ਆ। ਪ੍ਰਸ਼ਾਦਾ ਅੱਗੇ ਨਾਲੋਂ ਜ਼ਿਆਦਾ ਚੱਲ ਰਿਹਾ ਵਾ ਤੇ ਸੰਗਤ ਦਾ ਮਾਹੌਲ ਬਹੁਤ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਵਾ। ਇਸ ਹਿੰਸਾ ਨੂੰ ਲੈ ਕੇ ਅੱਗੇ ਨਾਲੋਂ ਇਕੱਠ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਵਾ ਤੇ ਸਾਧ ਸੰਗਤ ਵਾਸਤੇ 24 ਘੰਟੇ ਪ੍ਰਸ਼ਾਦਾ ਚਾਲੂ ਆ। ਜਿਸ ਟਾਈਮ ਤੇ ਵੀ ਸੰਗਤ ਆਵੇ ਸਾਰਿਆਂ ਨੂੰ ਪ੍ਰਸ਼ਾਦਾ ਰਾਜਿੰਦਰ ਨੂੰ ਮਿਲਦਾ ਵਾ, ਛਕਦੇ ਆ। ਰਹਿਣ ਬਸੇਰਾ ਵੀ ਹੈਗਾ ਵਾ, ਬੱਸਾਂ ਬਾਬਾ ਜੀ ਹੋਣਾ ਮੰਗਾਈਆਂ ਵਾ ਰਹਿਣ ਵਾਸਤੇ, ਬੀਬੀਆਂ ਵਾਸਤੇ ਸਪੈਸ਼ਲ ਤੇ ਰਹਿਣ ਦਾ ਵੀ ਜੁਗਾੜ ਪੂਰਾ ਬਣਿਆ ਹੋਇਆ ਵਾ ਤੇ ਸਾਰਾ ਹੀ ਪ੍ਰਬੰਧ ਬਾਬਿਆਂ ਵੱਲੋਂ ਸਾਬਣ ਤੇਲ ਬੁਰਸ਼ ਵਗੈਰਾ ਜਿਹੜੀ ਚੀਜ਼ ਦੀ ਦਿੱਕਤ ਹੋਵੇ ਸਾਰਾ ਬਾਬਾ ਜੀ ਦਿੰਦੇ ਆ ਤੇ ਇੱਥੋਂ ਸ਼ੁਰੂ ਤੋਂ ਬਾਬਾ ਜੀ ਹੋਣਾ ਸੇਵਾ ਚਲਾਈਆਂ ਹੈਗੀਆਂ। ਨਾਲੇ ਸੰਗਤ ਨੂੰ ਬੇਨਤੀ ਆ ਵੀ ਸੰਗਤ ਕਿਸੇ ਤਰ੍ਹਾਂ ਦਾ ਫਿਕਰ ਨਾ ਕਰੇ। ਜਿੱਦਾਂ ਹੀ ਅੱਗੇ ਪ੍ਰੋਗਰਾਮ ਚੱਲ ਰਿਹਾ ਉਦੋਂ ਵੀ ਵਧੀਆ ਚੱਲ ਰਹੇ ਆ, ਕਿਸੇ ਗੱਲ ਦੀ ਦਿੱਕਤ ਨਹੀਂ। ਜਿਹੜੀ ਸੰਗਤ ਨੇ ਆਉਣਾ ਵਾ ਬੇਫਿਕਰੀ ਹੋ ਕੇ ਆਵੇ, ਕਿਸੇ ਗੱਲ ਦੀ ਦਿੱਕਤ ਨਹੀਂ ਆ। ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ ਵਾ। ਲੋਕਾਂ ਫਲਾਵਾਂ ਫਲਾਈਆਂ ਵਾ ਵੀ ਐਂ ਹੋ ਗਿਆ ਜਿਉਂ ਹੋ ਗਿਆ, ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਸਾਰਾ ਕੁਝ ਵਧੀਆ ਚੱਲ ਰਿਹਾ ਵਾ। ਸੰਗਤ ਜੀ, ਮਹਾਂਪੁਰਖਾਂ ਵੱਲੋਂ ਲੰਬੇ ਸਮੇਂ ਤੋਂ ਜਿਹੜੀਆਂ ਸੇਵਾਵਾਂ ਇੱਥੇ ਚਲਾਈਆਂ ਜਾ ਰਹੀਆਂ ਨੇ, ਜਿਸ ਦੇ ਤੁਸੀਂ ਦਰਸ਼ਨ ਪਹਿਲਾਂ ਵੀ ਕੀਤੇ, ਅੱਜ ਵੀ ਤੁਸੀਂ ਉਸ ਦਾ ਦ੍ਰਿਸ਼ ਵੇਖਿਆ। ਸੋ ਉਹਨਾਂ ਦੀ ਦੇਖ ਰੇਖ ਕਰ ਰਹੇ ਇੱਥੇ ਬਾਬਾ ਭਜਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇਸ ਸਮੇਂ ਤੇ ਸਾਨੂੰ ਲੱਗਦਾ ਕਿ ਬਿਲਕੁਲ ਐਕਿਊਰੇਟ ਜਾਣਕਾਰੀ ਉਹ ਸਾਨੂੰ ਦੇਣਗੇ। ਇਸ ਸਮੇਂ ਕੀ ਮਾਹੌਲ ਹੈ 26 ਤੋਂ ਬਾਅਦ, ਕੀ ਮਾਹੌਲ ਬਣਿਆ ਸੀ। ਮੈਂ ਚਾਹੁੰਦਾ ਬਾਬਾ ਜੀ ਜਿਹੜੀ ਸਾਨੂੰ ਜਾਣਕਾਰੀ ਦੇਣ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਲੰਗਰ ਗੁਰੂ ਦਾ ਲੰਗਰ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਨਾਲ ਚਲਾਇਆ ਜਾ ਰਿਹਾ, ਜੋ ਕਿ ਬਾਬਾ ਗੁਰਮੀਤ ਸਿੰਘ ਜੀ ਸ਼ਾਹਬਾਦ ਹੁੰਦੇ ਨੇ, ਉਹ ਭੇਜ ਰਹੇ ਨੇ ਇੱਥੇ ਰਸਤ ਪਾਣੀ ਜੋ ਵੀ ਲੋੜ ਪੈਂਦੀ ਹੈ। ਤੇ ਲੰਗਰ ਇੱਧਰ ਜਲੇਬ ਚੱਲਦੇ ਨੇ ਪਏ, ਉੱਧਰ ਤੰਦੂਰ ਲੱਗੇ ਨੇ। ਬੜੀ ਕਿਰਪਾ ਗੁਰੂ ਸਾਹਿਬ ਦੀ। 26 ਤੋਂ ਬਾਅਦ ਕੁਛ ਟਾਈਮ ਥੋੜ੍ਹਾ ਜਿਹਾ ਵਿੱਚ ਪਿਆ ਸੀ, ਥੋੜ੍ਹਾ ਵਿਘਨ ਜਾਂ ਜਿਹੜੇ ਆਏ ਹਨ ਟਰੈਕਟਰ ਉਹ ਵਾਪਸ ਗਏ ਨੇ। ਇਹਦੇ ਕਰਕੇ ਲੋਕਾਂ ਨੂੰ ਇਹ ਹੋ ਗਿਆ ਸੀ ਖੋਰੇ ਸਾਰੇ ਵਾਪਸ ਟੁਰ ਗਏ ਨੇ, ਕੋਈ ਫਰਕ ਨਹੀਂ ਪਿਆ। ਸੰਗਤ ਪੂਰੀ ਦੀ ਪੂਰੀ ਉਸ ਤਰ੍ਹਾਂ ਹੀ ਫਿਰ ਬੜੀ ਚੜ੍ਹਦੀ ਕਲਾ ਹੈ ਹੁਣ ਮੋਰਚੇ ਦੀ। ਐਸੀ ਕੋਈ ਇਹੋ ਜਿਹੀ ਗੱਲ ਨਹੀਂ, ਬੜੀ ਚੜ੍ਹਦੀ ਕਲਾ ਦਾ ਮੋਰਚਾ ਚੱਲਦਾ ਪਿਆ। ਸੰਗਤ ਜੀ, ਮੈਨੂੰ ਲੱਗਦਾ ਕਿ ਬਾਬਾ ਜੀ ਦੇ ਜਿਹੜੇ ਬਚਨ ਸੁਣ ਕੇ ਉਹ ਤੁਹਾਡੇ ਵੀ ਜਿਹੜੇ ਸ਼ੰਕੇ ਸੀ ਇਸ ਮੋਰਚੇ ਪ੍ਰਤੀ, ਚਿੰਤਾ ਸੀ, ਮੈਂ ਸਮਝਦਾ ਕਿ ਚਿੰਤਾ ਹੋਣੀ ਵੀ ਜ਼ਰੂਰੀ ਹੈ ਆਪਣੇ ਪੰਜਾਬ ਦੇ ਪ੍ਰਤੀ, ਆਪਣੀ ਮਿੱਟੀ ਦੇ ਪ੍ਰਤੀ। ਜ਼ਾਹਿਰ ਜੀ ਗੱਲ ਹੈ ਕਿ ਅਸੀਂ ਚਿੰਤਿਤ ਹੋਵਾਂਗੇ ਜੇ ਸਾਨੂੰ ਕੁਝ ਵੀ ਕਿਸੇ ਤਰ੍ਹਾਂ ਦੀ ਵੀ ਮਾੜੀ ਸੂਚਨਾ ਨਜ਼ਰ ਆ ਰਹੀ ਹੈ, ਪਰ ਅਸੀਂ ਸਮਝਦੇ ਹਾਂ ਕਿ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਸਾਰਾ ਮੋਰਚਾ ਚੱਲ ਰਿਹਾ ਤੇ ਸੰਗਤ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਇਸ ਮੋਰਚੇ ਦਾ ਸਾਥ ਦਿੰਦੀ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਸਰਕਾਰ ਦੇ ਮੁੱਢ ਤੋਂ ਹੀ ਇਹ ਦਾਅ ਪੇਚ ਰਹੇ ਨੇ ਕਿ ਕਿਸੇ ਤਰ੍ਹਾਂ ਵਰਗਲਾ ਕੇ, ਅਫਵਾਹਾਂ ਫੈਲਾ ਕੇ, ਗਲਤ ਸੂਚਨਾ ਆਮ ਜਨਤਾ ਤੱਕ ਪਹੁੰਚਾ ਕੇ ਜਾਂ ਡਰਾ ਕੇ ਸੰਗਤ ਨੂੰ ਕਿਸੇ ਵੀ ਮੋਰਚੇ ਤੋਂ ਦੂਰ ਕੀਤਾ ਜਾ ਸਕੇ, ਇਕੱਠ ਨੂੰ ਖੰਡਾਇਆ ਜਾ ਸਕੇ। ਅਸੀਂ ਘਰਾਂ ਦੇ ਵਿੱਚ ਅਕਸਰ ਟੀਵੀ ਦੇ ਉੱਤੇ ਦੇਖਦੇ ਹਾਂ, ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਸਾਡੇ ਦਿਮਾਗ ਦੇ ਵਿੱਚ ਬਿਲਕੁਲ ਨੈਗੇਟਿਵ ਚੀਜ਼ਾਂ ਭਰ ਦਿੱਤੀਆਂ ਜਾਂਦੀਆਂ ਨੇ, ਚਾਹੇ ਉਹ ਡਿਜੀਟਲ ਮੀਡੀਆ ਹੋਵੇ ਤੇ ਚਾਹੇ ਉਹ ਫਿਰ ਕਿਸੇ ਵੀ ਤਰ੍ਹਾਂ ਦੀ ਇੱਕ ਪਰਸਨ ਦੇ ਥਰੂ ਆਪਾਂ ਕੋਈ ਗੱਲ ਸੁਣੀਏ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਨੈਗੇਟਿਵਿਟੀ ਭਰ ਦਿੱਤੀ ਜਾਂਦੀ ਹੈ। ਪਰ ਇਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਜਿਹੜੀ ਸੰਗਤ ਹੈ ਉਹਦਾ ਇੱਥੇ ਜਲੇਬ ਛਕ ਰਹੀ। ਤੁਸੀਂ ਦੇਖ ਸਕਦੇ ਹੋ ਕਿ ਇੰਨੀ ਚੜ੍ਹਦੀ ਕਲਾ ਇੱਥੇ ਵਰਤ ਰਹੀ ਹੈ ਕਿ ਸੰਗਤ ਇੱਥੇ ਜਲੇਬਾਂ ਦਾ ਆਨੰਦ ਮਾਣ ਰਹੀ ਹੈ। ਉੱਥੇ ਆਪਾਂ ਦੇਖ ਸਕਦੇ ਹਾਂ ਕਤਾਰ ਲੱਗੀ ਹੋਈ ਹੈ ਸੰਗਤ ਦੀ, ਕਤਾਰ ਦੇ ਵਿੱਚ ਖੜ੍ਹ ਕੇ ਇਹ ਲੰਗਰ ਪ੍ਰਸ਼ਾਦਿਆਂ ਦਾ ਸੰਗਤ ਆਨੰਦ ਮਾਣ ਰਹੀ। ਪਰ ਜਿਹੜਾ ਸਰਕਾਰ ਦੇ ਵੱਲੋਂ ਜਿਹੜੀਆਂ ਅਫਵਾਹਾਂ ਨੇ ਉਹ ਜਾਰੀ ਨੇ, ਪਰ ਜਿਹੜਾ ਆਪਾਂ ਨਹੀਂ ਡੋਲਣਾ ਸੰਗਤ ਜੀ, ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ, ਸਕਾਰਾਤਮਕ ਸੋਚਣਾ ਹੈ ਤੇ ਜਿਹੜੇ ਮੋਰਚੇ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਸੱਜਣ ਮਿੱਤਰ ਮੌਜੂਦ ਨੇ ਉਹਨਾਂ ਨੂੰ ਵੀ ਹੌਸਲਾ ਦੇਣਾ, ਉਹਨਾਂ ਨੂੰ ਵੀ ਹਮੇਸ਼ਾ ਇਨਕਰੇਜ ਕਰਨਾ ਇੱਥੇ ਡਟੇ ਰਹਿਣ ਵਾਸਤੇ। ਸੋ ਸੰਗਤ ਜੀ, ਇਹ ਦ੍ਰਿਸ਼ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਪੁਰਾਤਨ ਸਮਿਆਂ ਤੋਂ ਹੀ ਜਦੋਂ ਕੋਈ ਚੜ੍ਹਦੀ ਕਲਾ ਵਾਲੇ ਮੋਰਚੇ ਵਿੱਢੇ ਜਾਂਦੇ ਆ ਤੇ ਖਾਣੇ ਦੇ ਵਿੱਚ ਜਿਹੜਾ ਮਿੱਠੀ ਕੋਈ ਡਿਸ਼ ਸੰਗਤ ਨੂੰ ਵਰਤਾਈ ਜਾਂਦੀ ਹੈ। ਸੋ ਉਸੇ ਸਾਡੀ ਪਰੰਪਰਾ ਨੂੰ, ਸਾਡੇ ਸੱਭਿਆਚਾਰ ਨੂੰ, ਉਹਨਾਂ ਸਭ ਚੀਜ਼ਾਂ ਨੂੰ ਬਰਕਰਾਰ ਰੱਖਦਿਆਂ ਹੋਇਆਂ ਅੱਜ ਇੱਥੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ, ਇੱਥੇ ਮੈਂ ਸਮਝਦਾ ਕਿ ਗੁਰੂ ਮਹਾਰਾਜ ਚੜ੍ਹਦੀ ਕਲਾ ਵਰਤਾ ਰਹੇ ਆ ਤੇ ਇਹ ਫੇਰ ਜਿਹੜੀਆਂ ਅਫਵਾਹਾਂ ਨੇ ਉਹਨਾਂ ਦਾ ਨਾਸ਼ ਹੋ ਰਿਹਾ, ਨਾਲ ਦੀ ਨਾਲ ਅਫਵਾਹਾਂ ਦਾ ਨਾਸ਼ ਹੋ ਰਿਹਾ ਤੇ ਜਿਹੜੀ ਸੰਗਤ ਹੈ ਉਹ ਆਪ ਮੁਹਾਰੇ ਗੁਰੂ ਮਹਾਰਾਜ ਦੇ ਗੁਣ ਗਾ ਰਹੀ ਹੈ। ਇਸ ਮੋਰਚੇ ਦੀ ਸਫਲਤਾ ਵਾਸਤੇ ਅਰਦਾਸਾਂ ਨੇ ਜਿਹੜੀਆਂ ਉਹ ਆਪ ਮੁਹਾਰੇ ਹੀ
ਮੂੰਹ ਦੇ ਵਿੱਚੋਂ ਨਿਕਲ ਰਹੀਆਂ ਨੇ। ਖਾਸ ਕਰਕੇ ਜਿਹੜੀ NRI ਸੰਗਤ ਹੈ ਉਹ ਵੱਡੀ ਚਿੰਤਾ ਦੇ ਵਿੱਚ ਰਹਿੰਦੀ ਹੈ ਕਿ ਮੋਰਚੇ ਦਾ ਕੀ ਹਾਲ ਹੋਵੇਗਾ, ਮੋਰਚਾ ਕਿਸ ਤਰ੍ਹਾਂ ਚੱਲ ਰਿਹਾ ਹੈ। ਜੇ ਕਿਉਂਕਿ ਸਾਡੇ ਪਰਸਨਲੀ ਵੀ ਕਈ ਮਿੱਤਰ ਨੇ ਵਿਦੇਸ਼ਾਂ ਦੇ ਵਿੱਚ, ਜਦੋਂ ਕਾਲ ਕਰਦੇ ਆ ਤੇ ਉਹ ਅਕਸਰ ਦੱਸਦੇ ਆ ਕਿ ਕੰਮ ਦੇ ਉੱਤੇ ਵੀ ਦਿਲ ਨਹੀਂ ਲੱਗਦਾ, ਮੋਰਚੇ ਬਾਰੇ ਸੋਚਦੇ ਆ, ਅਰਦਾਸ ਕਰਦੇ ਰਹਿੰਦੇ ਆ। ਜੇ ਸਵੇਰੇ ਉੱਠਦੇ ਆ ਤਾਂ ਵੀ, ਜੇ ਰਾਤ ਨੂੰ ਉਹਨਾਂ ਦਾ ਸੌਣ ਦਾ ਟਾਈਮ ਹੁੰਦਾ, ਜਦੋਂ ਘਰੇ ਜਾਂਦੇ ਆ ਉਹ ਕੰਮ ਤੋਂ, ਤੇ ਉਦੋਂ ਵੀ ਉਹ ਸਾਨੂੰ ਫੋਨ ਲਾਉਂਦੇ ਆ ਜਾਂ ਆਪਣੇ ਹੋਰ ਸਰਕਲ ਦੇ ਵਿੱਚ ਜਿਹੜੇ ਦੋਸਤ ਮਿੱਤਰ ਮੋਰਚੇ ਦੀ ਜਾਣਕਾਰੀ ਰੱਖਦੇ ਉਹਨਾਂ ਨੂੰ ਫੋਨ ਲਾਉਂਦੇ ਆ, ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਮੋਰਚੇ ਦਾ ਕੀ ਹਾਲ ਹੈ, ਮੋਰਚਾ ਕਿਵੇਂ ਚੱਲ ਰਿਹਾ। ਸੋ ਅਸੀਂ ਚਾਹੁੰਦੇ ਹਾਂ ਕਿ ਸਾਖਸ਼ਾਤ ਜਿਹੜੇ ਤੁਹਾਨੂੰ ਦਰਸ਼ਨ ਨੇ ਉਹ ਕਰਵਾਏ ਜਾਣ। ਤੇ ਮੈਂ ਚਾਹੁੰਦਾ ਇੱਥੇ ਆਪਾਂ ਇੱਕ ਵਾਰ ਸੰਗਤਾਂ ਨਾਲ ਵੀ ਗੱਲਬਾਤ ਕਰੀਏ, ਸੰਗਤਾਂ ਦੇ ਵਿਚਾਰ ਵੀ ਜਾਣੀਏ। ਸੋ ਭਾਈ ਸਾਹਿਬ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਜਾਣਦੇ, ਕਿਉਂਕਿ ਜਿਹੜੀ ਆਮ ਜਨਤਾ ਉਹ ਲੰਮੇ ਸਮੇਂ ਤੋਂ ਡਟੀ ਹੋਈ ਹੈ, ਲੰਮਾ ਕੁਛ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਜਿਹੜੀ ਸਥਿਤੀ ਹੈ ਉਹ ਬਿਲਕੁਲ ਸੇਵ ਹੈ। ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀ, ਜਿਹੜੀ ਜਾਣਕਾਰੀ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕਦੋਂ ਤੋਂ ਮੋਰਚੇ ਦੇ ਵਿੱਚ ਪਹੁੰਚੇ ਹੋ? ਪੂਰੇ 2 ਮਹੀਨੇ ਹੋ ਗਏ ਜੀ। 2 ਮਹੀਨੇ ਹੋ ਗਏ। ਹਾਂਜੀ। ਸੋ ਇੱਕ ਚਿੰਤਾ ਜਿਹੜੀ ਸੰਗਤ ਦੇ ਮਨ ਦੇ ਵਿੱਚ ਸੀ 26 ਜਨਵਰੀ ਦੇ ਵਰਤਾਰੇ ਤੋਂ ਬਾਅਦ, ਕੁਛ ਜਿਹੜੀ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਵਸ ਰਹੀ ਹੈ ਕਿ ਮੋਰਚਾ ਕਮਜ਼ੋਰ ਹੋ ਗਿਆ, ਮੋਰਚੇ ਦੇ ਵਿੱਚ ਸੰਗਤ ਹੈ ਜਿਹੜੀ ਉਹ ਘਟ ਗਈ ਹੈ। ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਇੱਥੇ ਹੋ, ਤੁਸੀਂ 26 ਤੋਂ ਬਾਅਦ ਕੀ ਵਰਤਾਰਾ ਹੁਣ ਤੱਕ ਵੇਖਿਆ? ਕਿਉਂਕਿ ਅੱਜ ਜੇ ਅਸੀਂ ਵੇਖਦੇ ਹਾਂ ਸੰਗਤ ਦਾ ਇਕੱਠ ਬਿਲਕੁਲ ਭਰਪੂਰ ਹੈ, ਪਰ ਜਿਹੜਾ ਉਸ ਦੌਰਾਨ 26 ਤੋਂ ਹੁਣ ਦੇ ਵਿਚਕਾਰ ਜਿਹੜਾ ਵਰਤਾਰਾ ਵਰਤਦਾ, ਮੈਂ ਚਾਹੁੰਦਾ ਕਿ ਉਹ ਤੁਸੀਂ ਸੰਗਤ ਨਾਲ ਸਾਂਝਾ ਕਰੋ। ਇਹ ਜੀ ਗੱਲ ਇਹ ਆ ਵੀ ਅਸੀਂ ਇੱਕ ਵਾਰ ਤਾਂ ਟਰੈਕਟਰ ਸਾਡੇ ਵਾਪਸ ਮੁੜ ਗਏ, ਤੇ ਉਹ ਜਿਹੜੇ ਪਹਿਲਾਂ ਟਰਾਲੀਆਂ ਆਈਆਂ, ਟਰੈਕਟਰ ਆਏ ਤੇ ਨਾ ਸਾਡੇ 26 ਤਰੀਕ ਵਾਸਤੇ ਆਏ ਤੇ ਉਹ ਵੀ ਖਾਲੀ ਮੁੜ ਗਏ ਤੇ ਜੀ, ਉਹ ਬੰਦੇ ਉਰੀ ਤੇ ਸਾਡੇ। ਹਾਂਜੀ, ਮਤਲਬ 26 ਜਨਵਰੀ ਵਾਸਤੇ ਜਿਹੜੀਆਂ ਟਰਾਲੀਆਂ, ਜਿਹੜੇ ਲੋਕ ਪਹੁੰਚੇ ਸੀ ਪਿੰਡਾਂ ਤੋਂ, ਕੱਲੇ ਉਹੀ ਵਾਪਸ ਗਏ, ਜਿਹੜੇ ਪਹਿਲਾਂ ਦੇ ਵੀਰ ਭਰਾ ਸੇਵਾਦਾਰ ਇੱਥੇ ਸੀ ਉਹ ਇੱਥੇ ਹੀ ਨੇ। ਉਹ ਤਾਂ ਉਰੀ ਨੇ ਜੀ ਸਾਰੇ। ਹਾਂਜੀ, ਅਸੀਂ ਵੀ ਇਹ ਚੀਜ਼ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਆਮ ਸੰਗਤ ਦਾ ਇਕੱਠ ਹੈ ਉਹ ਪਹਿਲਾਂ ਨਾਲੋਂ ਵਧਿਆ ਹੀ ਹੈ। ਪਹਿਲਾਂ ਤਾਂ ਜੀ ਫਿਰ ਉਹ ਜਿਹੜੇ ਦੋਏ ਕੰਮ ਲੱਗ ਤੇ ਜੀ ਕਰਨਾ ਜੀ, ਉਹਦੇ ਕਰਕੇ ਜ਼ਿਆਦਾ ਵੱਧ ਗਿਆ ਜੀ ਇਕੱਠ। ਬਿਲਕੁਲ। ਹਾਂਜੀ। ਸੋ ਸੰਗਤ ਜੀ, ਮੈਂ ਸਮਝਦਾ ਕਿ ਅੰਕਲ ਦੀ ਸਮਾਈਲ ਹੀ ਜਿਹੜੀ ਉਹ ਤੁਹਾਡੇ ਸਾਰੇ ਵਹਿਮ, ਸਾਰੀਆਂ ਚਿੰਤਾਵਾਂ ਦੂਰ ਕਰਨ ਲਈ ਕਾਫੀ ਹੈ। ਸੋ ਮੈਂ ਚਾਹੁੰਦਾ ਤੁਸੀਂ ਆਨੰਦ ਮਾਣੋ, ਲੰਗਰ ਹੈ ਜਿਹੜਾ ਉਹ ਆਪਣਾ ਛਕੋ। ਤੇ ਸੰਗਤ ਜੀ, ਅਗਲੇ ਜਿਹੜੇ ਦ੍ਰਿਸ਼ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ। संगत जी हरियाणा तो भाई साहब साढ़े नाल मौजूद ने। भाई साहब क्या नाम है आपका जी? ओम प्रकाश सेरा मेरा नाम है। सेरा गांव है जी, पानीपत डिस्ट्रिक्ट है हमारा। सबसे पहले तो मैं जो हमारे को सुन रहे हैं देख रहे हैं उन सब सरदारों को मैं नमस्कार करता हूँ। फिर दोबारा थोड़ा रक्स आएगा, गड़ा भर गया मेरा। जो ये सरकार है, इस सरकार ने हर आदमी का, छोटे से बड़े का, सबका गला घोट दिया। तो ये जो कहते हैं भाई वो आदमी तो अब रहे नहीं, सब चले गए। जो अगर चले गए हैं तो इतना लंगर क्यों बन रहा है? जो ये लंगर लग रहा है जितना भी है, ये लंगर इतना कौन खाएगा? इतना कैसे क्यों बढ़ाया जा रहा है? इतने बंदे हैं यहाँ, उससे भी कुछ ज़्यादा लोग यहाँ पर पहुँच चुके हैं। अभी उनसे कहीं ज़्यादा हैं संख्या में। ये ट्रालियाँ, ये और जाते वाते जो दिखा है, इनसे भी ज़्यादा लोग यहाँ आए हुए हैं। ये जितना लंगर चल रहा है, जितना पानी चल रहा है, जितना प्रोग्राम है, हर गांव में पंचायतें होकर के, पंचायतों ने पैसे इकट्ठे करे हैं लोगों ने, और पंचायत में इकट्ठे करके पैसे जब अब दोबारा फिर आदमी इतने चलने लगे हैं 2-3 दिन में ही, तो इतने आदमी हो गए यहाँ पहले से कई गुना ज़्यादा हो गए। पैर टेकने की जगह नहीं है कहीं से भी। तो इसलिए मैं ज़्यादा नहीं कहते हूँ। मैं एक बात और कहना चाहूँगा, इसलिए मैंने भाई साहब को ये कहा था, भाई ये कहते हैं भाई एक झंडा लहराने से इतना काम कर दिया, उनको मारने पर तुल रहे हैं, उनको गोली मारते हैं, उनका केस दर्ज करते हैं, पूरी कमेटी पर केस दर्ज कर दिया, कितने ट्रैक्टर तोड़ दिए वहाँ हम लोगों के। तो अडवाणी ने जी मस्जिद डुबाई थी, ये अडवाणी अब भी राज में बैठा है, उस पर केस क्यों नहीं करते? लेकिन मैं ये नहीं कहता बूढ़ा आदमी है भाई उसको कहीं भी नहीं रखा है इन्होंने भी, लेकिन फिर भी मैं ये कहता हूँ ये ऐसे 20-30 आदमी हैं जो इन काम किए, उन पर कोई केस नहीं है।
हमारे आदमी झंडा लहराया है, उसने कोई गुनाह नहीं किया है, राष्ट्रीय झंडा नहीं उतारा उन्हें, राष्ट्रीय झंडा लगाया है, अपना झंडा किसान का झंडा अगर लहरा भी दिया तो कोई गुनाह नहीं है। और इतना बड़ा गुनाह नहीं है जितना बड़ा ये इन्हें चला दिया। लेकिन इनकी सच्चाई सामने आएगी। बीजेपी के लोग थे, बीजेपी के लोग सामने आ गए, उन्होंने करवाया था, षड्यंत्र के तहत ये काम है था, षड्यंत्र रचा गया। अभी भी और षड्यंत्र रच रहे हैं। कभी बीजेपी के वर्कर आते हैं मारने के लिए, कभी टरोड़े फेंकते हैं। ये लोग डरने वाले नहीं हैं। ये पूरी रात खेत में सोते हैं, ये पानी मारते हैं वाटर कैनल का, जितने ये वाटर मारते हैं इतने में तो हम नहाते हैं। तो ये हमारे को भगाने वाले नहीं हैं। अब नहीं भागेंगे, वो तो चले गए, जो इनका भगाए में आ गए थे कुछ लोग, और इन्हें जो वो फलाई वो कभी भी इनका मंसूबे पूरे नहीं होंगे जो भी ये सोच रहे। और अब की बार तो तीनों नहीं और कानून भी इनके साथ लगाओगे, कर्जा माफी का लगाओगे। ये 15-15 लाख रुपये इन्हें कहा था हम खाते हम डलवाओगे, 1 करोड़ का था भाई नौकरी देंगे युवा को, और भी इतने प्रलोभन ही न देगा ये सरकार ले आए। ये तो सरकार ये समझ रहे इनकी बाप की बापोती है। ये लाल किला ये दिल्ली इनके घर की है, इन्हें मोल ले रखी है, तो ये बेचने पर उतारू है। अब इनको ना बेचने देंगे, बेचने भी नहीं देंगे इनको कोई भी चीज़। अब ये सब चीज़ ट्रेन बेच दी है, माल बेच दिए है, सब चीज़ बेच दी है, तो इसलिए इनको भी रोका जाएगा। जितने और कानून इनके साथ लग गए ये इन पे भी हम ये तब तक सारे कानून लागू नहीं होते यहाँ से उठेंगे नहीं। और लेटर में लिखते हैं बात, हम पत्र लिखते थे, पत्र से काम चलाते थे। जैसे नेट बंद कर दिया इन लोगों ने, नेट से कोई हमारा काम नहीं बिगड़ रहा। इन्होंने नेट चलाई थी भाई डिजिटल इंडिया बनाओ, मन की बात कहता है, मन की बात कौन सुनेगा इसकी, नेट बंद कर दिया इन लोगों ने। नेट से काम नहीं चल रहा लोगों का तो काम बिजली से वो अपने हाथ से करने वाला खेती। किसान ने नेट की ज़रूरत नहीं है, किसान ने कोई ज़रूरत नहीं। नेट को बंद रखो, बिल्कुल बंद कर दो। बेशक हम पैसे देते हैं, नेट चलाते हैं, कोई मुफ्त थोड़ा, पहले पैसे देते हैं फिर नेट चलता है। तो ये क्यों बंद करते हैं? इन पर केस किया जाएगा। हमारे इतने काम ठप हो गए, पहले तो इन्हें लगा दिया इस काम से वो नेट में चलाओ, अब कहते हैं अब नेट बंद कर देंगे। इनके हाथ में हो गया फिर तो आदमी का, फिर तो गला घोट देंगे ये। तो इसलिए मैं ज़्यादा ना कहते हो। जैसे पत्थर की बात है बीच में रह गई थी, पत्थर लिखते थे पहले, सब कुछ पत्थर में लिखता था, फिर बाद में कहते थे कि थोड़ी लिखी को ज़्यादा समझना और गलती हो तो माफ़ करना। तो मैं तो इनको ये समझाना चाहता हूँ, ये कभी भी इनके मंसूबे पूरे नहीं होने देंगे। अब एक हो गया सारा देश, पहले तो ये सरदार और जाट को और को देख दो, उसको ये कहते थे 1-2 प्रदेश में है, यूपी के है किसान, हरियाणा के हैं उसके, अब सब प्रदेश के पूरा इंडिया एक हो गया है। किसान के उसमें सब पूरा इंडिया एक है। जो किसान के साथ रहेगा वही तीरेगा, वही बचेगा। दुनिया में भी ऐसा, अगर ये गृह युद्ध भी करना चाह रहे हैं ना, फिर भी यही सबसे पहले आएंगे उसमें। गृह युद्ध करना चाहते हैं, गांवों में लड़ाना चाहते हैं, कभी अपने इन प्रोग्राम जमीन को देकर राजी नहीं है। ये क्यों आते हैं गाँव में? ये लड़ाई लड़ाने के लिए आते हैं लोगों को, ये छोटे बड़े को, अमीर गरीब को, सबको लड़ाने के लिए आते हैं। अब वो कहोगा भाई आने दे, वो कहोगा नहीं आने देते। इसलिए बीच में खाई गिरना सोचते हैं, लड़ाई बजाना चाहते हैं हमारी। तो इसलिए आप ये लड़ाई ना बजावें, इनको परमात्मा सद्बुद्धि देवे और ये ऐसे रहा जहाँ अपना पूरा टाइम करे, ठीक है ना। और कुछ एक मेरी बात मेरी समझ भाई, जैसे अब भाई साहब ने चौधरी देवलाल के पोते ने इस्तीफा दिया, वो कहने लगा मैं भैया विधानसभा से मैं इस्तीफा देता हूँ। इन कांग्रेसियों ने क्या कहा भाई, हम ये तो घोषला है, नाटक कर रहे हैं भाई, नाटक हमारे अगर ये पार्टी वाले कर रहे हैं तो तुम भी दे दो। सारे अगर इस्तीफा दे देंगे तो ये तो इलेक्शन ही नहीं आ जाएगा, फिर प्रजातंत्र कहाँ का रह जाएगा? तो प्रजातंत्र नहीं होगा तब इलेक्शन होगा। तो इसलिए कांग्रेस वालों ने भी सद्बुद्धि देव परमात्मा, जितने MLA हैं, जितने MP हैं, सरकार आगे सबके सब इस्तीफे दे दें, तो अपने आप ही फिर चुनाव हो जाएगा। चुनाव में इनको कौन आने देगा? जो किसान को, मजदूर को, सबको मजबूर जो कर रहे हैं, इनकी कहाँ से सरकार आएगी फिर? तो इसलिए आप लोगों से भी, कुछ प्रेस से भी मेरी विनती है, कोई अच्छी बात सीधी बता करो, दबो ना इससे सरकार से खुल का। जो साहब प्रेस का क्या मतलब है? जो सही बात बतानी, सही कहनी, वही तो काम है।
अब सब प्रेस भी बिक गई, फिर प्रेस झूठ बोलती है। उसको जब यहाँ टिकैत जी को गिरफ्तार करने आए, वो कहते हैं आपने ये दिखाना नहीं था। वो तो ये दिखा रहे थे, प्रेस वाला ने तो भाई ये शेर पकड़ लिया, ऐसे ऐसे कर रहे थे, शेर पकड़ लिया। फिर दूसरी तस्वीर दिखा रहे थे, भाई उसके पकड़ने के बाद उसको कमज़ोर बतावा है, उसका ड्रामा निकाल रहे हैं। वो तो असली तो न्यू आ गई, एकदम पलट गई दुनिया, एकदम उसके आंसुओं का आंसू दुआई का काम कर गए, एक आंसू का एक समुंदर बन गया। इसलिए लोगों ने 1 मिनट में फिर पलटा खा लिया। 12 बजे से ट्रालियाँ वापस हो ली थी, 12 बजे तक तो उधर गाँव की तरफ जा रही थी। 12 बजे जब उसने वो पकड़ने लगे, रोया मैं यहीं फांसी ले लूँगा, तो उस टाइम जब आंसू आए, उसके बाद सब ट्रालियाँ फिर वापस हो ली। अब कितने लोग आ चुके हैं, उससे कहीं ज़्यादा लोग वाले हैं। तो इसलिए इसने भी दिखा दो, इतना जो लंगर लग रहा है ये बगैर आदमी के कैसे लग रहा है। आदमी आए हैं तभी तो लंगर लग रहा है, लंगर कोई डंगर को थोड़ा गिरना है ये, तो इसको आदमी बंदे खाएंगे। तो इसलिए इनको दिखाओ, इन गूंगी बहरी सरकार को, अगर भाई ये ना कितना लंगर बढ़ा है, कितने आदमी आ चुके हैं। सड़क पर पाँव टेकने जगह नहीं है, वहाँ बालगढ़ तक जा लिया है यहाँ से। और सभी में ऐसे है, टिगरी बॉर्डर पे भी ऐसे है, वहाँ यूपी वाले बॉर्डर पे भी, यहाँ भी ऐसा है। तो थोड़ी लिखी को ज़्यादा समझना, और गलती हो तो माफ़ करना। सभी से राम राम। सुनहरा सिंह खरब गांव नारा, सभी भाइयों से राम राम। तो ये कह रहे हैं बॉर्डर खाली करो, बॉर्डर खाली करो, हमारे को जगह दे दो, रामलीला मैदान दे दो, कहीं भी जगह दो बैठने के लिए, एजिटेशन करने के लिए। जब ये सरकार नहीं थी 2014 से पहले, ये भी तो जंतर मंतर पे दाना दे रहे थे, नंगन होकर दे रहे थे। जब कह रहे थे तेल का भाव 30 रुपये करेंगे, स्वामीनाथन आयोग लागू करेंगे, पता नहीं क्या क्या कह रहे थे। जनता बुकाई लगी उनकी, अब जनता बुकाई नहीं लगेगी इनकी। हमारे को जगह दे दो, नहीं वहाँ रामलीला मैदान में जगह दे के सबको, और जलियांवाला बाग बना दो, उसको गोली मारो सबके, सब खत्म हो जाए मामला। ऐसा कर दो, ये दूसरा जलियांवाला बाग हो जाएगा, और इसका नाम भी हो जाएगा, पूरे उस तरह चलेगा, टाइगर उसकी तरह, इटली की तरह। तो इसलिए हम तो ये कह रहे हैं कि भाई किसानों की मांग मानने, और जल्दी से जल्दी ये मांग मान लें तो बढ़िया रहेगा, नहीं गराई दूसरी जगह इस देश में। ये हमारी बात है जी। ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਪਹੁੰਚੇ ਹੋ ਤੁਸੀਂ? ਮੇਰਾ ਨਾਮ ਗੁਰਵਿੰਦਰ ਸਿੰਘ ਆ, ਪਟਿਆਲੇ ਤੋਂ ਮੈਂ। ਤੇ ਜਿਹੜੇ ਕਿਸਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੂੰਗਾ ਵੀ ਜਿਹੜੇ ਕਿਸਾਨ ਭਰਾ ਉੱਥੇ ਬਰਗਾੜੀ ਮੈਦਾਨ ਦੇ ਵਿੱਚ ਗਲਤੀ ਨਾਲ ਚਲੇ ਗਏ ਤੇ ਉਹਨਾਂ ਨੂੰ ਹੁਣ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ, ਉਹਨਾਂ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਆ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਕਹੂੰਗਾ ਸਰਕਾਰ ਨੂੰ ਵੀ ਉਹਨਾਂ ਨੂੰ ਬਾਹਰ ਆਉਣ ਦਿੱਤਾ ਜਾਏ ਤੇ ਇਕੱਠ ਹੋਣਗੀਆਂ 50-100 ਟਰਾਲੀ ਹੋਏਗੀ ਉੱਥੇ। हाँ, तो उन्होंने बाहर नहीं आने देता है। बाकी जोड़े उरे कर रहे हैं सरकार नाले, उधर मोदी जी कह रहे हैं भी असी अपनी गलबात करांगे, नाले इधर सरकार अपनी सख्ताई दिखा रही है। जिद्दां दोए जोड़ा कुंडली बार्डर ते संघू बार्डर नूं अलग करन दा इन्हां दा मोर्चा जोड़ा कर रहे हैं, तो रात तो रात ये रास्ते बंद करते हैं तो नौजवानों नूं चकते हैं। इसलिए कहना चाहुंदा भी जोड़े कल्ले नौजवान जाने वो अपना अपने ध्यान नाल जाण ते इकट्ठ 'च जाण जिथे जाना उन्होंने। वाहिगुरू जी खालसा वाहिगुरू फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਸਮੇਂ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹਨਾਂ ਦੇ ਪੜਾਅ ਦੇ ਉੱਤੇ ਖੜੇ ਆ, ਜਿੱਥੇ ਉਹਨਾਂ ਦਾ ਲੰਗਰ ਚੱਲ ਰਿਹਾ ਸਿੰਘੂ ਬਾਰਡਰ ਦੇ ਉੱਤੇ। ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਪਹਿਲਾਂ ਵੀ ਮਹਾਂਪੁਰਖਾਂ ਦੀ ਸਾਂਝ ਤੁਹਾਡੇ ਨਾਲ ਪਵਾਈ ਸੀ ਜਦੋਂ ਪਲਵਲ ਬਾਰਡਰ ਦੇ ਉੱਤੇ ਲੰਗਰ ਚੱਲਦਾ ਸੀ। ਉੱਥੇ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ ਸੀ ਪਲਵਲ ਬਾਰਡਰ 'ਤੇ, ਉਦੋਂ ਤੋਂ ਹੀ ਮਹਾਂਪੁਰਖਾਂ ਵੱਲੋਂ ਲੰਗਰ ਸੇਵਾਵਾਂ ਚਲਾਈਆਂ ਜਾਂਦੀਆਂ ਸੀ। ਪਰ ਹੁਣ ਜਿਹੜੀ ਇੱਥੇ ਪ੍ਰਬੰਧ ਕੀਤਾ ਜਾ ਰਿਹਾ ਸਿੰਘੂ ਬਾਰਡਰ ਦੇ ਉੱਤੇ ਪ੍ਰਸ਼ਾਦੇ ਪਾਣੀ ਦਾ, ਉੱਥੋਂ ਜਿਹੜਾ ਪ੍ਰਬੰਧ ਹੈ ਉਹ ਸਾਰਾ ਇੱਥੇ ਲਿਆਂਦਾ ਗਿਆ ਸਿੰਘੂ ਬਾਰਡਰ ਦੇ ਉੱਤੇ। ਅਤੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ। ਮੈਂ ਚਾਹੁੰਦਾ ਕਿ ਇਹ ਸੰਗਤ ਨੂੰ ਜਾਣਕਾਰੀ ਦੇਣ ਕਿ ਇੱਥੇ ਜਿਹੜਾ ਲੰਗਰ ਪ੍ਰਸ਼ਾਦਾ ਲਿਆਂਦਾ ਗਿਆ, ਕਦੋਂ ਤੋਂ ਲਿਆਂਦਾ ਗਿਆ, ਅਤੇ ਪ੍ਰਬੰਧ ਜਿਹੜਾ ਉੱਥੋਂ ਇੱਥੇ ਲਿਆਉਣ ਦੇ ਵਿੱਚ ਕੀ ਕੀ ਇਹਨਾਂ ਨੂੰ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸੰਗਤ ਟੀਵੀ ਦੇ ਵੱਲੋਂ ਇਹ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਪਹੁੰਚ ਕੇ ਮੋਰਚੇ 'ਤੇ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕੀਤੀ ਆ ਸੰਗਤਾਂ ਦੀ। ਅਸਲ ਵਿੱਚ ਕੀ ਆ ਕਿ ਪਲਵਲ ਦੇ ਵਿੱਚ ਕਾਫੀ ਜਿਹੜਾ ਇਕੱਠ ਜਿਹੜਾ ਆ ਉਹ 26 ਤਰੀਕ ਤੱਕ ਸੀਗਾ, ਸੰਗਤਾਂ ਸੀਗੀਆਂ। 26 ਤਰੀਕ ਦੀ ਘਟਨਾ ਤੋਂ ਬਾਅਦ ਜਿਹੜੀਆਂ ਸੰਗਤਾਂ ਦਾ ਕਾਫੀ ਜਿਹੜੀਆਂ ਬੈਕ ਮੂਵ ਹੋਇਆ
ਉਸ ਤੋਂ ਉਪਰੰਤ 26 ਤਰੀਕ ਤੋਂ ਪਹਿਲਾਂ ਵੀ ਕਾਫੀ ਵਾਰ ਜਿਹੜੀਆਂ ਉੱਥੋਂ ਦੇ ਲੋਕਲ ਜਿਹੜੇ ਆ ਸਰਕਾਰਾਂ ਜਿਹੜੀਆਂ ਆ ਉਹਨਾਂ ਨੇ ਲੋਕਲ ਲੋਕਾਂ ਤੋਂ ਪਥਰਾਵ ਵਗੈਰਾ ਕਰਾਉਣ ਦਾ ਹੋਰ ਕਈ ਐਸੀਆਂ ਘਟਨਾਵਾਂ ਕਰਾਈਆਂ ਜਿਨ੍ਹਾਂ ਦੇ ਨਾਲ ਉੱਥੇ ਬੈਠੇ ਮੋਰਚੇ ਦੇ ਵਿੱਚ ਕਾਫੀ ਬਜ਼ੁਰਗ ਆ ਜਾਂ ਬੱਚੇ ਆ ਉਹਨਾਂ ਨੂੰ ਸੇਫ ਉਹਨਾਂ ਨੇ ਬੈਕ ਆਪਣੇ ਪਿੰਡਾਂ ਦੇ ਵਿੱਚ ਮੂਵ ਕੀਤਾ ਜਾਂ ਕੁਝ ਸਿੰਘੂ ਮੋਰਚੇ ਸਮੂਲਿਤ ਕੀਤੀ। ਉਸ ਤੋਂ ਉਪਰੰਤ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇੱਥੇ ਉਹਨਾਂ ਦੇ ਵਿੱਚੋਂ ਸ਼ਿਵ ਕੁਮਾਰ ਕੱਕਾ ਜਿਹੜੇ MP ਦੇ ਨੇ ਉਸ ਮੋਰਚੇ ਦੀ ਜਿਹੜੀ ਅਗਵਾਈ ਕਰ ਰਹੇ ਸੀ ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਕੁਝ ਵਿਚਾਰ ਵਿਮਰਸ਼ ਤੋਂ ਬਾਅਦ ਜਿਹੜੀ ਆ ਉਹ ਪਲਵਲ ਮੋਰਚੇ ਦੀ ਸਮੂਲੀਅਤ ਜਿਹੜੀ ਆ ਉਹ ਇੱਥੇ ਸਿੰਘੂ ਬਾਰਡਰ ਦੇ ਵਿੱਚ ਕਰਾ ਦਿੱਤੀ। ਕੁਝ ਸੰਗਤਾਂ ਵਾਪਸ ਮੂਵ ਹੋਈਆਂ, ਬਾਕੀ ਕੁਝ ਸੰਗਤਾਂ ਜਿਹੜੀਆਂ ਆ ਇੱਥੇ ਜਿਹੜੀਆਂ ਉਹ ਮੂਵ ਹੋਈਆਂ ਆ। ਤੇ ਉਹ ਕਿਉਂਕਿ ਸੰਗਤਾਂ ਅਗਰ ਉੱਥੇ ਬੈਠਦੀਆਂ ਮੋਰਚਾ ਲਾਉਂਦੀਆਂ ਤਾਂ ਉਹਨਾਂ ਚਿਰ ਜਿਹੜਾ ਉਹ ਲੰਗਰ ਚੱਲਦਾ ਰਿਹਾ। ਜਦੋਂ ਸੰਗਤਾਂ ਨੇ ਸਮੂਲੀਅਤ ਜਿਹੜੀ ਆ ਸਿੰਘੂ ਮੋਰਚੇ ਵੱਲ ਜਾਂ ਦੂਸਰੇ ਮੋਰਚੇ ਵੱਲ ਆਪਣੀ ਗਿਣਤੀ ਵਧਾਈ ਤਾਂ ਇਹ ਜਿਹੜਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਸੇਵਾ ਸਿੰਘ ਜੀ ਦੀ ਰਹਿਨਮਾਈ ਹੇਠ ਗੁਰਦੁਆਰਾ ਦਾਤਾਬੰਦੀ ਛੁੜ ਕਿਲਾ ਗਵਾਲੀਅਰ ਦੀ ਰਹਿਨਮਾਈ ਹੇਠ ਜਿਹੜੇ ਪਲਵਲ ਲੰਗਰ ਚੱਲ ਰਹੇ ਸੀ ਉਸ ਨੂੰ ਫਿਰ ਰਾਤੋਂ ਰਾਤ ਇੱਥੇ ਜਿਹੜਾ ਆ ਉਹ ਸ਼ਿਫਟ ਕੀਤਾ ਗਿਆ। 2 ਦਿਨ ਤੋਂ ਇੱਥੇ ਜਿਹੜੀ ਆ ਕਿਉਂਕਿ ਜਿਹੜਾ ਉਹ ਵਿਚਲਾ ਰਾਹ ਸੰਯੁਕਤ ਮੋਰਚੇ ਦੇ ਤੇ ਇੱਧਰਲਾ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਇੱਥੇ ਸੰਗਤਾਂ ਦੀ 27 ਤਰੀਕ ਤੋਂ ਬਾਅਦ ਜਿਹੜੀ ਆ ਘਟਨਾ ਤੋਂ ਉਪਰੰਤ ਜਿਹੜੇ ਆ ਬਹੁਤ ਵੱਡੇ ਲੈਵਲ ਤੇ ਜਿਹੜੀ ਸੰਗਤ ਜਿਹੜੀ ਆ ਉਹ ਕਿਉਂਕਿ ਸੰਗਤਾਂ ਤੇ ਇੱਥੇ ਲੰਗਰਾਂ ਦੇ ਉੱਤੇ ਪਥਰਾਵ ਕੀਤੇ ਗਏ, ਹੋਰ ਐਸੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਸੋਸ਼ਲ ਮੀਡੀਆ ਤੇ ਆਪ ਸਭ ਨੇ ਜਿਵੇਂ ਦੇਖਿਆ ਤਾਂ ਫਿਰ ਇੱਥੇ ਜਿਹੜੀਆਂ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਹਾਲਾਂਕਿ ਹੋਰ ਵੀ ਮਹਾਂਪੁਰਸ਼ਾਂ ਦੇ ਇੱਥੇ ਲੰਗਰ ਲੱਗੇ ਆ ਪਰ ਲੰਗਰ ਦੀ ਜਿਹੜੀ ਘਾਟ ਮਹਿਸੂਸ ਹੋ ਰਹੀ ਸੀ, ਪਾਣੀ ਦੀ ਜਿਹੜੀ ਘਾਟ ਮਹਿਸੂਸ ਹੋ ਰਹੀ ਸੀ ਤਾਂ ਬਾਬਾ ਸੇਵਾ ਸਿੰਘ ਦੀ ਅਗਵਾਈ ਦੇ ਵਿੱਚ ਪਾਣੀ ਦੇ ਪ੍ਰਬੰਧਾਂ ਵਾਸਤੇ ਵੱਡੇ ਟੈਂਕਰਾਂ ਦੇ ਪ੍ਰਬੰਧ ਕੀਤੇ ਗਏ ਤੇ ਲੰਗਰਾਂ ਵਾਸਤੇ ਮਸ਼ੀਨਾਂ ਜਿਹੜੀਆਂ ਉਹ ਲਿਆ ਕੇ ਆਟੋਮੈਟਿਕ ਇੱਥੇ ਲਾਉਣੀਆਂ ਪਈਆਂ ਤੇ ਹੁਣ ਜਿਹੜਾ ਇਹ ਲੰਗਰ ਨਿਰੰਤਰ 2-3 ਦਿਨ ਤੋਂ ਲਗਾਤਾਰ ਚੱਲ ਰਿਹਾ ਆ। ਔਰ ਇਹ ਆਸ ਰੱਖਦੇ ਹਾਂ ਕਿ ਕਾਰ ਸੇਵਾ ਖਡੂਰ ਸਾਹਿਬ ਸੰਪਰਦਾ ਹਮੇਸ਼ਾ ਹੀ ਕਿਸਾਨਾਂ ਦੇ ਨਾਲ 4-5 ਮਹੀਨਿਆਂ ਤੋਂ ਚੱਲਦੀ ਆ ਰਹੀ ਹੈ। ਪੰਜਾਬ ਦੇ ਵਿੱਚ ਵੀ ਕਿਸਾਨਾਂ ਨੇ ਮੋਰਚੇ ਲਗਾਏ ਤੇ ਉੱਥੇ ਵੀ ਲੰਗਰ ਚੱਲ ਰਹੇ ਸੀਗੇ, ਹੁਣ ਵੀ ਚੱਲ ਰਹੇ ਆ। ਤਾਂ ਇੱਥੇ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਆਸ ਕਰਦੇ ਹਾਂ ਕਿ ਇੱਥੇ ਲਗਾਤਾਰ ਕੰਟੀਨਿਊ ਜਿਹੜੇ ਉਹ ਲੰਗਰਾਂ ਦੀ ਸੇਵਾ ਨਿਭਾਉਂਦੇ ਰਹੀਏ। ਬਾਬਾ ਜੀ ਇੱਕ ਜਾਣਕਾਰੀ ਜਿਹੜੀ ਰਾਤ ਇੱਥੇ ਪੁਲਿਸ ਵਾਲਿਆਂ ਵੱਲੋਂ ਜਿਹੜਾ ਕੀਤਾ ਗਿਆ ਹੈ ਹੁੱਲੜਬਾਜੀ ਉਹਨੂੰ ਆਪਾਂ ਕਹਿ ਸਕਦੇ ਕਿਉਂਕਿ ਅਕਸਰ ਇਹ ਕਹਿੰਦੇ ਆ ਕਿ ਪ੍ਰਦਰਸ਼ਨਕਾਰੀ ਹੁੱਲੜਬਾਜੀ ਕਰਦੇ ਆ ਪਰ ਇਸ ਸਮੇਂ ਜਿਹੜੀ ਪੁਲਿਸ ਵਾਲੇ ਆ ਜਿਹੜਾ ਪ੍ਰਸ਼ਾਸਨ ਹੈ ਉਹ ਹੁੱਲੜਬਾਜੀ ਕਰ ਰਿਹਾ। ਮੈਂ ਸਮਝਦਾ ਕਿ ਉਹਦੇ ਬਾਰੇ ਜਿਹੜੇ ਬਚਨ ਸੰਗਤ ਨਾਲ ਸਾਂਝੇ ਕਰੋ। ਉਹ ਅਸਲ ਦੇ ਵਿੱਚ ਜਿਹੜੀ ਆ ਉਹ ਸਰਕਾਰ ਬਖਲਾ ਗਈ ਆ ਤੇ ਸਰਕਾਰ ਨੇ ਇਸ ਅੰਦੋਲਨ ਨੂੰ ਡੈਮੇਜ ਕਰਨ ਵਾਸਤੇ ਬਹੁਤ ਵੱਡੇ ਹੱਥਕੰਡੇ ਜਿਹੜੇ ਅਪਣਾਏ ਆ ਤੇ ਇਹ ਲਾਸਟ ਜਿਹੜਾ ਵਾਰ ਇਹੀ ਸੀਗਾ ਕਿ ਉਹਨਾਂ ਨੇ ਲੋਕਲ ਜਿਹੜੇ ਆ ਲੋਕ ਜੇ ਅੱਜ BJP ਦੇ ਸਮਰਥਕ ਜਾਂ BJP ਦੇ ਬੰਦੇ ਜਾਂ RSS ਦੇ ਜਾਂ ਉਹ ਜਿਹੜੇ ਇਹੋ ਜਿਹੇ ਜਿਹੜੇ ਸ਼ਾਂਤਮਈ ਸੰਘਰਸ਼ ਨੂੰ ਡੈਮੇਜ ਕਰਨਾ ਚਾਹੁੰਦੇ ਆ ਉਹਨਾਂ ਨੇ ਮਤਲਬ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਕਿਉਂਕਿ ਜੇ ਉਹ ਸਿੱਧੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਵੀ ਸਾਡਾ ਜਿਹੜਾ ਟਕਰਾਅ ਹੋਊਗਾ। ਹਾਲਾਂਕਿ ਕਿਸਾਨਾਂ ਦਾ ਮਕਸਦ ਕਿਸੇ ਵੀ ਪ੍ਰਕਾਰ ਦੀ ਕੋਈ ਹਿੰਸਾ ਭੜਕਾਉਣਾ ਨਹੀਂ, ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਲਗਭਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਅੰਦੋਲਨ ਚੱਲ ਰਿਹਾ ਆ। ਤਾਂ ਔਰ ਦੂਸਰੀ ਗੱਲ ਨੂੰ ਲੈ ਕੇ ਜਿਹੜੇ ਉਹ ਪ੍ਰਦਰਸ਼ਨਕਾਰੀ ਜਿਹੜੇ ਆਏ ਸੀਗੇ ਇੱਥੇ ਆ ਕੇ ਮਤਲਬ ਕਿਸਾਨਾਂ ਦੇ ਉੱਤੇ ਉਹਨਾਂ ਨੇ ਹਮਲਾ ਬੋਲਿਆ। ਕਿਸਾਨ ਸੰਗਤ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੀ ਸੀ, ਕੋਈ ਨਾਮ ਜਪ ਰਿਹਾ ਸੀ, ਕੋਈ ਆਪਣੇ ਸਟੇਜ ਦੇ ਉੱਤੇ ਬੈਠ ਕੇ ਆਪਣੇ ਜਿਹੜੇ ਸਟੇਜ ਦੇ ਬੁਲਾਰਿਆਂ ਨੂੰ ਸੁਣ ਰਿਹਾ ਸੀ। ਤਾਂ ਜਿਹੜੇ ਉਹ ਗੁੰਡੇ ਬਦਮਾਸ਼ ਜਿਹੜੇ ਉਹ ਆਏ ਆ ਉਹਨਾਂ ਨੇ ਮਤਲਬ ਪੱਥਰ ਜਿਹੜੇ ਆ ਸਿੱਟੇ ਗਏ ਸੰਗਤ ਦੇ ਉੱਤੇ ਜਿੱਥੇ ਕਿ ਕਾਫੀ ਸੰਗਤਾਂ ਦੇ ਥੋੜ੍ਹੀਆਂ ਬਹੁਤੀਆਂ ਚੋਟਾਂ ਵੀ ਆਈਆਂ। ਹਾਲਾਂਕਿ ਸੰਗਤਾਂ ਨੇ ਇੱਧਰੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਬੜੇ ਸੰਯੋਜਿਤ ਤਰੀਕੇ ਦੇ ਨਾਲ ਉਹਨਾਂ ਨੂੰ ਕਵਰ ਕਰਕੇ ਲੈ ਕੇ ਆਇਆ ਕਿਉਂਕਿ ਜਿੰਨੇ ਉਹ ਪ੍ਰਦਰਸ਼ਨਕਾਰੀ ਇੱਥੇ ਆਏ ਉਨੀ ਹੀ ਪੁਲਿਸ ਉਹਨਾਂ ਨੂੰ ਕਵਰ ਕਰਕੇ ਲੈ ਕੇ ਆ ਰਹੀ ਸੀਗੀ। ਤਾਂ ਉਹ ਇੱਕ ਚਿੰਤਾ ਦਾ ਵਿਸ਼ਾ ਸੀ ਕਿ ਮਤਲਬ ਕਿਸੇ ਦਾ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਚੜ੍ਹਦੀ ਕਲਾ 'ਚ ਮੋਰਚੇ ਨੂੰ ਹੋਰ ਵੀ ਵੱਧ ਜਿਹੜੀ ਆ ਉਹ ਇਹ ਸੁਨੇਹਾ ਜਦੋਂ ਸੋਸ਼ਲ ਮੀਡੀਆ ਤੇ ਗਿਆ ਦੁਨੀਆ ਨੇ ਵੇਖਿਆ ਵੀ ਸਰਕਾਰ ਕਿੰਨੇ ਗਿਰੇ ਹੋਏ ਕੰਮ ਕਰ ਰਹੀ ਆ ਤੇ ਕਿੰਨੇ ਸੰਯੋਜਿਤ ਤਰੀਕੇ ਨਾਲ ਇਸ ਅੰਦੋਲਨ ਨੂੰ ਡੈਮੇਜ ਕਰਨ ਵਾਸਤੇ ਇਹ ਕਾਰਜ ਕਰ ਰਹੀ ਆ। ਤਾਂ ਫਿਰ ਸੰਗਤਾਂ ਦਾ ਹੜ੍ਹ ਆ ਗਿਆ ਆ ਤੇ ਇੱਥੇ ਹੁਣ ਬਹੁਤ ਵੱਡੀ ਸਿੰਘੂ ਮੋਰਚੇ ਦੇ ਵਿੱਚ ਸੰਗਤਾਂ ਦੀ ਸਮੂਲੀਅਤ ਹੋ ਗਈ। ਹਰਿਆਣਾ ਤੇ ਪੰਜਾਬ ਬਹੁਤ ਵੱਡੇ ਪੱਧਰ ਤੇ ਪਹੁੰਚ ਰਿਹਾ ਆ। ਬਾਕੀ ਸਾਰੇ ਠੀਕ ਆ, ਛੋਟੀਆਂ-ਮੋਟੀਆਂ ਘਟਨਾ ਇਸ ਤਰ੍ਹਾਂ ਹੁੰਦੀਆਂ ਰਹਿੰਦੀਆਂ, ਇਸ ਦਾ ਅੰਦੋਲਨ ਤੇ ਕੋਈ ਢਾਹ ਨਹੀਂ ਲੱਗੇਗੀ। ਬਾਬਾ ਜੀ ਕਾਰ ਸੇਵਾ ਦੀਆਂ ਸੇਵਾਵਾਂ ਬਾਰੇ ਸਭ ਸੰਗਤਾਂ ਜਾਣਦੀਆਂ ਹੀ ਨੇ। ਜਿਹੜਾ ਖਾਸ ਕਰਕੇ ਲੰਗਰਾਂ ਦੇ ਪ੍ਰਬੰਧ ਮੋਰਚਿਆਂ ਦੇ ਉੱਤੇ ਕਰਨੇ ਬੜੀ ਵੱਡੀ ਇੱਕ ਬੜਾ ਵੱਡਾ ਪ੍ਰਬੰਧ ਹੁੰਦਾ। ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਇਹ ਤੁਸੀਂ ਕਹਿ ਰਹੇ ਹੋ ਕਿ ਪਿਛਲੇ 1-2 ਦਿਨ ਤੋਂ ਇੱਥੇ ਪਹੁੰਚੇ ਪਰ ਹਾਲੇ ਵੀ ਜਿਹੜਾ ਕੰਮ ਹੈ ਜਿਹੜੀ ਕਾਰਗੁਜ਼ਾਰੀ ਹਾਲੇ ਵੀ ਚੱਲ ਰਹੀ ਹੈ। ਸੋ ਕਿ ਤੁਹਾਨੂੰ ਕੋਈ ਫਿਰ ਮੁਸ਼ਕਿਲਾਂ ਵੀ ਆਉਂਦੀਆਂ ਹੋਣਗੀਆਂ ਲੰਗਰ ਜਦੋਂ ਇੱਧਰ ਤੋਂ ਉੱਧਰ ਮੂਵ ਕਰਨਾ ਪੈਂਦਾ ਕਿਉਂਕਿ ਬਰਤਨ ਬਹੁਤ ਸਾਰੇ ਹੋ ਜਾਂਦੇ, ਅਨਾਜ ਹੋ ਜਾਂਦਾ ਹੈ। ਉੱਥੇ ਵੀ ਅਸੀਂ ਜਦੋਂ ਸੰਗਤਾਂ ਨੂੰ ਦਰਸ਼ਨ ਕਰਵਾਏ ਸੀ ਸਬਜ਼ੀਆਂ, ਅਨਾਜ, ਦਾਲਾਂ ਬੜੀ ਵੱਡੀ ਮਾਤਰਾ ਦੇ ਵਿੱਚ ਪਈਆਂ ਸੀ। ਸੋ ਕਿਸ ਤਰ੍ਹਾਂ ਦੀਆਂ ਫਿਰ ਕਈ ਵਾਰ ਕੋਈ ਮੁਸ਼ਕਿਲਾਂ ਦਾ ਸਾਹਮਣਾ ਆਉਂਦਾ ਜਾਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਰੋਕ ਟੋਕ ਕੀਤੀ ਜਾਂਦੀ ਹੋਵੇ, ਕੁਛ ਇੱਦਾਂ ਦਾ ਹੁੰਦਾ ਜੀ? ਨਹੀਂ, ਹਾਲਾਂਕਿ ਉੱਥੋਂ ਆਉਣ ਲੱਗੇ ਇੱਥੇ ਤੱਕ ਪ੍ਰਸ਼ਾਸਨ ਨੇ ਕੋਈ ਰੋਕ ਟੋਕ ਤਾਂ ਨਹੀਂ ਕੀਤੀ ਪਰ ਕਾਫੀ ਮੁਸ਼ਕਿਲਾਂ ਜਿਹੜੀਆਂ ਆਉਂਦੀਆਂ ਕਿਉਂਕਿ ਇੱਕੋ ਦਮ ਇਸੇ ਚੀਜ਼ ਨੂੰ ਸਮੇਟਣ ਵਾਸਤੇ ਸਾਨੂੰ ਘੱਟ ਤੋਂ ਘੱਟ 10-12 ਟਰੱਕਾਂ ਦੀ ਲੋੜ ਸੀ, ਗੱਡੀਆਂ ਦੀ ਲੋੜ ਸੀ। ਆਪ ਜੀ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਗੱਡੀਆਂ ਤੇ ਜਨਰੇਟਰ ਜਿਹੜੇ ਲੋਡ ਕੀਤੇ, ਮਸ਼ੀਨਾਂ ਨੂੰ ਖੋਲ੍ਹ ਕੇ ਦੁਬਾਰਾ ਗੱਡੀਆਂ ਦੇ ਵਿੱਚ ਲੋਡ ਕੀਤਾ, ਫਿਰ ਅਨਲੋਡ ਕੀਤਾ। ਤਾਂ ਉਹ 2-3 ਦਿਨ ਸਾਰੇ ਲੰਗਰਾਂ ਦੇ ਸੈਟਅਪ ਕਰਨ ਵਾਸਤੇ ਲੱਗੇ। ਇੱਥੇ ਜਦੋਂ ਆਏ ਤਾਂ ਇੱਥੇ ਪਾਣੀ ਦੀ ਵੱਡੀ ਸਮੱਸਿਆ ਸੀ, ਉਹਦੇ
ਦੇ ਲਈ ਵੱਡੇ ਟੈਂਕਰਾਂ ਦਾ ਪ੍ਰਬੰਧ ਖਡੂਰ ਸਾਹਿਬ ਤੋਂ ਲੈ ਕੇ ਕਰਨਾ ਪਿਆ। ਹੋਰ ਇੱਥੇ ਜਿਹੜਾ ਬਰਸਾਤੀ ਪਾਣੀ ਸੀਗਾ ਜਾਂ ਜਿਹੜੇ ਇੱਥੇ ਗਟਰਾਂ ਦਾ ਪਾਣੀ ਸੀਗਾ ਜਿਹੜਾ ਗੰਦਗੀ ਦਾ ਉਹਦੀ ਬੜੀ ਸਮੱਸਿਆ ਸੀ, ਉਹ ਵੀ ਫਿਰ ਰਾਤੋਂ ਰਾਤ ਇੱਥੇ ਆ ਕੇ ਪਾਣੀ ਦੀਆਂ ਮੋਟਰਾਂ ਜਿਹੜੀਆਂ ਲਾ ਕੇ ਸਬਮਰਸੀਬਲ ਉਹ ਪਾਣੀ ਨੂੰ ਜਿਹੜਾ ਇੱਥੋਂ ਹਟਾਇਆ ਗਿਆ ਤਾਂ ਕਿ ਸਾਫ਼ ਸਫਾਈ ਜਿਹੜੀ ਲੰਗਰ ਦੇ ਵਿੱਚ ਬਹੁਤ ਜ਼ਰੂਰੀ ਹੈ, ਤਾਂ ਕਿ ਸਾਡੇ ਜਿਹੜੇ ਵੀਰ ਭਰਾ ਕਿਸਾਨ ਜਿਹੜੇ ਇੱਥੇ ਅੰਦੋਲਨ ਕਰ ਰਹੇ ਆ ਉਹ ਜਾਨੀ ਮਾਲ ਤੋਂ ਸੁਰੱਖਿਅਤ ਰਹਿਣ, ਕਿਸੇ ਵੀ ਪ੍ਰਕਾਰ ਦੀ ਕੋਈ ਬਿਮਾਰੀ ਜਿਹੜੀ ਆ ਉਹਨਾਂ ਨੂੰ ਨਾ ਹੋ ਸਕੇ। ਇਸ ਕਰਕੇ ਸਫਾਈ ਦਾ ਜਿਹੜਾ ਬਹੁਤ ਧਿਆਨ ਰੱਖਣਾ ਪੈਂਦਾ ਔਰ ਲੰਗਰ ਜਿੱਥੇ ਲਾਇਆ ਜਾਂਦਾ ਸਭ ਤੋਂ ਪਹਿਲਾਂ ਸਫਾਈ ਦਾ, ਪਾਣੀ ਦਾ, ਨਿਕਾਸੀ ਦਾ, ਇਹ ਸਾਰੀਆਂ ਚੀਜ਼ਾਂ ਬੜੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਆ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ 2-3 ਦਿਨਾਂ ਦੇ ਵਿੱਚ ਇੱਥੇ ਸੈਟਅਪ ਹੋ ਗਿਆ। ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਸਮੂਲੀਅਤ ਕਰ ਰਹੀ ਹੈ ਗੁਰੂ ਕੇ ਲੰਗਰਾਂ ਦੇ ਵਿੱਚ ਔਰ ਜਿੰਨਾ ਚਿਰ ਇਹ ਅੰਦੋਲਨ ਜਿਹੜਾ ਜਾਰੀ ਰਹੇਗਾ ਆਪਣੇ ਹੱਕਾਂ ਦੀ ਲੜਾਈ ਲਈ, ਉਹਨਾਂ ਚਿਰ ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਦੀ ਅਗਵਾਈ ਦੇ ਵਿੱਚ ਇਸੇ ਤਰ੍ਹਾਂ ਲੰਗਰ ਜਿਹੜੇ ਉਹ ਚੱਲਦੇ ਰਹਿਣਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨਾ ਚੁਕਾਉਣ ਦੀ ਕਾਰਵਾਈ ਮੁਕੰਮਲ ਹੋਣ ਵਾਲੀ ਸੀ, ਪਰ ਦੁਬਾਰਾ ਫੇਰ ਜੋ ਲੋਕਾਂ ਨੇ ਦਬਾਅ ਬਣਾਇਆ ਆਪਣੇ ਆਗੂਆਂ ਦੇ ਉੱਤੇ, ਉਹਨਾਂ ਨੂੰ ਦੁਬਾਰਾ ਧਰਨਾ ਲਾਉਣਾ ਪੈ ਗਿਆ। ਫਿਰ ਕੇਸ ਸ਼ਿਕਾਇਤ ਆ ਜੋ ਦੁਬਾਰਾ ਹੌਸਲਾ ਫੜ ਕੇ ਬਹਿ ਗਿਆ, ਫਿਰ ਆਪਣੀ ਗਿਰਫਤਾਰੀ ਦੇਣ ਤੋਂ ਨਾ ਕਰਤੀ। ਤੇ ਉੱਥੇ ਰਾਤੋਂ ਰਾਤ ਲੱਖਾਂ ਦਾ ਇਕੱਠ ਹੋ ਗਿਆ, ਮੇਰੇ ਵੀਰੋ ਲੱਖਾਂ ਦਾ ਇਕੱਠ ਹੋ ਗਿਆ। ਉਹਦੀ ਇੱਕ ਵਾਰ ਤੇ ਸਾਰੀ ਯੂਪੀ ਉੱਠ ਕੇ ਆ ਗਈ, ਸਾਰੀ ਯੂਪੀ ਦੇ ਜਾਟ ਉੱਠ ਕੇ ਆ ਗਏ, ਖਾਸ ਪੰਚਾਇਤਾਂ ਉੱਠ ਕੇ ਆ ਗਈਆਂ। ਇਸ ਵੇਲੇ ਉਹ ਸਭ ਤੋਂ ਵੱਧ ਚੜ੍ਹਦੀ ਕਲਾ ਦਾ ਮੋਰਚਾ ਗਾਜੀਪੁਰ ਵਾਲਾ, ਉੱਥੇ ਆਪਣੇ ਪੰਜਾਬੀ ਭਰਾ ਜਿਹੜੇ ਯੂਪੀ 'ਚ ਰਹਿੰਦੇ ਆ, ਤਰਾਈ 'ਚ ਰਹਿੰਦੇ ਆ, ਸਾਰੇ ਜ਼ਿਲ੍ਹੇ 'ਚ ਰਹਿੰਦੇ ਆ, ਬਹੁਤ ਵੱਡੀ ਗਿਣਤੀ 'ਚ ਬੈਠੇ ਆ। ਮੈਂ ਆਪ ਬੋਲ ਕੇ ਆਇਆ ਉੱਥੇ, ਬਹੁਤ ਵੱਡੀ ਗਿਣਤੀ 'ਚ ਬੈਠੇ ਹੋਏ ਆ। ਬਹੁਤ ਸਾਡੇ ਕਾਰ ਸੇਵਾ ਵਾਲੇ ਕਾਰਜੋਗ ਬਾਬਾ ਜੀ ਹੋਣਾ ਨੇ ਬੜੇ ਉੱਥੇ ਲੰਗਰ ਚੱਲ ਰਹੇ, ਜਿਸ ਤਰ੍ਹਾਂ ਇੱਥੇ ਚੱਲ ਰਹੇ ਉਸ ਤਰ੍ਹਾਂ ਉੱਥੇ ਚੱਲ ਰਿਹਾ। ਥਾਂ ਦੇ ਤੋਂ ਮੋਦੀ ਸਰਕਾਰ ਨੂੰ ਭਾਜਣਾ ਪਈਆਂ ਵਾ, ਮੂੰਹ ਦੀ ਖਾਣੀ ਪਈ ਆ। ਇਸ ਤਰ੍ਹਾਂ ਟਿੱਕਰੀ ਹਮਲਾ ਕੀਤਾ, ਪਰਵਰ ਕੀਤਾ ਵਾ ਤੇ ਆਪਣੇ ਜਿੱਥੇ ਕੀਤਾ ਉੱਥੇ ਜਾਣਦੇ ਜੀ। ਆਪਣੇ ਜਿਹੜੇ ਦੁਆਏ ਲਗਾਤਾਰ ਉਹ ਆਪਣੇ ਲੱਗੇ ਹੋਏ ਆ, ਆਪਣੀਆਂ ਘਰੋਲੀਆਂ ਦਿੱਤਾਂ ਤੋਂ ਬਾਹਰ ਨਹੀਂ ਆ ਰਹੇ। ਇਹ ਆ ਮੋਦੀ ਦਾ ਚਿਹਰਾ, ਪਰ ਕਿਤੇ ਕੋਈ ਦਾਗ ਨਹੀਂ ਗਈ। ਜਨਤਾ ਨੇ, ਹਰਿਆਣੇ ਦੀ ਜਨਤਾ ਨੇ, ਯੂਪੀ ਦੀ ਜਨਤਾ ਨੇ, ਰਾਜਸਥਾਨ ਦੀ, ਉੱਤਰਾਖੰਡ ਦੀ, ਪੰਜਾਬ ਦੀ ਜਨਤਾ ਨੇ ਮੂੰਹ ਤੋੜਵਾ ਜਵਾਬ ਦਿੱਤਾ। ਲੋਕ ਵੀਰਾਂ ਕਰਕੇ ਮੋਰਚੇ ਨੂੰ ਆ ਰਹੇ ਆ, ਬਹੁਤ ਵੱਡੀ ਗਿਣਤੀ ਆ ਰਹੀ ਹੈ। ਹਰਿਆਣਾ ਸਾਰਾ ਉੱਠ ਕੇ ਆ ਗਿਆ, ਯੂਪੀ ਉੱਠ ਕੇ ਆ ਗਈ, ਪੰਜਾਬ ਵਾਲੇ ਵੀ ਫਿਰ ਤੁਰ ਪਏ ਇੱਧਰ ਨੂੰ ਵੱਡੀ ਗਿਣਤੀ। ਆਪਣਾ ਫਿਰੋਜ਼ਪੁਰ ਦਾ ਬਹੁਤ ਵੱਡਾ ਕਾਫਲਾ ਇੱਕ ਪਹੁੰਚ ਚੁੱਕਾ ਵਾ। ਇੱਕ ਅੱਜ ਫਿਰੋਜ਼ਪੁਰ ਤੋਂ ਤੁਰਿਆ, ਮੋਗੇ ਤੋਂ ਤੁਰਿਆ, ਭਾਈਪੁਰ ਤੋਂ ਤੁਰਿਆ, ਬਹੁਤ ਵੱਡਾ ਕਾਫਲਾ ਤੁਰਿਆ ਮੋਗੇ ਤੋਂ। ਸਾਡੇ ਅੱਜ ਟਾਲੀਆਂ ਆ ਗਈਆਂ ਬਹੁਤ, ਆ ਬੈਠੇ ਮੇਰੇ ਸਾਹਮਣੇ ਬੈਠੇ ਮੋਗੇ ਵਾਲੇ। ਹੋਰ ਬੜੀ ਜਨਤਾ ਆ ਰਹੀ ਆ। ਤੁਸੀਂ ਮੇਰੇ ਵੀਰੋ ਆਪਣੀ ਸਾਰਿਆਂ ਦੀ ਇੱਕ ਹੀ ਮਨਸ਼ਾ ਕਿ ਮੋਰਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਮੋਰਚੇ ਨੂੰ ਤਗੜਾ ਕੀਤਾ ਜਾਵੇ, ਤਾਂ ਜੋ ਆਪਣੀ ਅੱਖੀ ਮੰਗਾਂ ਲੈ ਕੇ ਜਾਈਏ ਜਿਹੜੀਆਂ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ, ਜਿਹਦੇ ਨਾਲ ਸਾਡਾ ਘਰ-ਬਾਰ ਤਬਾਹ ਹੋਣਾ ਵਾ, ਪੀੜ੍ਹੀਆਂ ਤਬਾਹ ਹੋਣੀਆਂ, ਉਹ ਮੰਗਾਂ ਲੈ ਕੇ ਜਾਈਏ, ਬਣਾ ਕੇ ਜਾਈਏ। ਇਹ ਸਾਰੇ ਦਾ ਆਪਣਾ ਇੱਕ ਮਨਸ਼ਾ ਵਾ। ਜਦੋਂ ਇਹ ਮਨਸ਼ਾ ਵਾ ਫਿਰ ਦੁਨੀਆ ਚੀਜ਼ਾਂ ਸਭ ਨਿੱਕੀਆਂ ਰਹਿ ਜਾਂਦੀਆਂ, ਬਿਮਾਰੀ ਵੀ ਨਿੱਕੀ ਰਹਿ ਜਾਂਦੀ ਆ, ਘਰਾਂ 'ਚ ਕੋਈ ਖੁਸ਼ੀਆਂ ਗਮੀਆਂ ਵੀ ਨਿੱਕੀਆਂ ਰਹਿ ਜਾਂਦੀਆਂ, ਸਾਰੇ ਕੰਮ ਨਿੱਕੇ ਰਹਿ ਜਾਂਦੇ ਆ।
एक ही साढ़े सामने निशाना अर्जुन की जितना तुम अपनी वो आखी दीदी सिर्फ सानू अज मोदी की सरकार और निशाना करना चाहिए और सानू दिसनी चाहिए अख ਉਹਦੇ ਲਈ ਫਿਰ ਮੇਰੇ ਕੋਲ ਜਿੱਦਣ ਆਪਾਂ ਸਾਰੇ ਰਾਜਵਾੜੇ ਕਰਨੇ ਪੈਣਗੇ ਕਈ ਨਿੱਕੀਆਂ ਮੋਟੀਆਂ ਗੱਲਾਂ ਤੋਂ ਕਈ ਵਾਰ ਬੜਾ ਮਨ ਜਿਹੜਾ ਵਾ ਦੁੱਖਦਾ ਵਾ ਸਾਰੀ ਜਿਹੜੀ ਗੱਲ ਸੁਣ ਤੋਂ ਬਾਅਦ ਵੀ ਇੱਥੇ ਫੇਰ ਵੀ ਕਿਤੇ ਜਾ ਕੇ ਟੈਂਡੀ ਕਰਾਂਗੇ ਕਿਉਂ ਕੁਝ ਬੰਦੇ ਕਿਉਂ ਜਾਂਦੇ ਆ ਉਹਦੇ ਮਨ ਦੁਖੀ ਹੁੰਦਾ ਵਾ मेरे को टैंडी कला नहीं जाना कभी सदा चढ़ती कला रहना जो गुरु ने सिखाया अपने सारे और चिड़िया झाड़े मन के निक्कियां मोटियां गल्लां विचारा उन्होंने पासे छड़ के सब के सिर पे विचार आनी चाहिए कि मोर्चा मजबूत करना मोर्चा जित के जाना उस दिन मेरे भी जत्या लिया वो लगातार तुरे है पार्टियां जिसे तुरने 3 तरीक को तुरने 5 को तुरने उस तो बाद भी लगातार तुर रहे हैं पर इधरों किसी ने जाना नहीं इधरों एक बंदा भी नहीं जाना भावे की बारी केड़ी है केड़ी नहीं भावे की बारी तो आप जाए पर रोकी जाए ताकि किसी ने तरनतारण जिले का वेचे अमृतसर का वेचे किया हो ਸੰਗਤ ਜੀ ਇਸ ਸਮੇਂ ਤੁਸੀਂ ਜਕਾਰਿਆਂ ਦੀਆਂ ਆਵਾਜ਼ਾਂ ਸੁਣ ਰਹੇ ਹੋ ਚੜ੍ਹਦੀ ਕਲਾ ਵਾਲੇ ਜਕਾਰੇ ਜਿਹੜੇ ਉਹ ਸਾਰੀ ਸੰਗਤ ਵੱਲੋਂ ਸਾਰੇ ਇਕੱਠ ਵੱਲੋਂ ਛੱਡੇ ਜਾ ਰਹੇ ਆ ਸਿੰਘੂ ਬਾਰਡਰ ਦੀ ਮੇਨ ਸਟੇਜ ਦੇ ਉੱਤੇ ਇਸ ਸਮੇਂ ਅਸੀਂ ਖੜੇ ਆ ਤੇ ਕਿਸ ਤਰ੍ਹਾਂ ਬਾਹਾਂ ਖੜੀਆਂ ਕਰਕੇ ਜਿਹੜੇ ਸਾਡੇ ਬਜ਼ੁਰਗ ਨੌਜਵਾਨ ਸਾਰੇ ਜਿਹੜੇ ਇੱਥੇ ਬੱਚਿਆਂ ਤੱਕ ਜਿਹੜੇ ਇੱਥੇ ਪਹੁੰਚੇ ਆ ਉਹ ਚੜ੍ਹਦੀ ਕਲਾ ਭਰੇ ਜਿਹੜੇ ਜਕਾਰੇ ਆ ਛੱਡ ਰਹੇ ਆ ਤੇ ਨਾਲ ਹੀ ਇੱਥੇ ਸਾਡੇ ਕੁਝ ਵੀਰ ਵੀ ਮੌਜੂਦ ਨੇ ਜਿਨ੍ਹਾਂ ਤੋਂ ਵੀ ਅਸੀਂ ਜਾਣਾਂਗੇ ਕਿ ਕਿੱਥੋਂ ਆਏ ਆ ਤੇ ਕੀ ਇਹਨਾਂ ਦਾ ਨਾਮ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਵਿਚਾਰ ਨੇ ਉਹ ਸੰਗਤ ਅੱਗੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜ਼ਿਲ੍ਹਾ ਗੁਰਦਾਸਪੁਰ ਜੇ ਪਿੰਡ ਸੱਖੋਵਾਲ ਸਾਡੇ ਪਿੰਡੋਂ ਕਾਫੀ ਜਮਾਵੜਾ ਆਇਆ ਹੋਇਆ ਸਾਡੀ ਜ਼ੋਨ ਵੱਲੋਂ ਜ਼ੋਨ ਬਾਬਾ ਰਾਮ ਥਮਨ ਜੇ ਤੇ ਸਾਡੀਆਂ ਘੱਟੋ ਘੱਟ 2-250 ਗੱਡੀ ਆਈ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਤੇ ਚੜ੍ਹਦੀ ਕਲਾ 'ਚ ਸਾਰੀ ਸੰਗਤ ਐਵੇਂ ਲੋਕ ਕਹੀ ਜਾਂਦੇ ਆ ਕੋਈ ਆਂਦਾ ਇੱਥੇ ਐਂ ਹੋ ਗਿਆ ਜੀ ਐਂ ਹੋ ਗਿਆ ਕੁਛ ਨਹੀਂ ਹੋਇਆ ਬਹੁਤ ਪ੍ਰੋਗਰਾਮ ਤਗੜੇ ਪੱਧਰ ਤੇ ਚੱਲ ਰਿਹਾ ਜੀ ਤੇ ਮੈਂ ਇੰਨੀ ਕੁ ਬੇਨਤੀ ਕਰਦਾ ਵੀ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਗੀ ਤੇ ਵੱਧ ਤੋਂ ਵੱਧ ਸੰਗਤ ਆਵੇ ਅਸੀਂ ਆਪਣਾ ਜਿਹੜਾ ਸਿੰਘੂ ਬਾਰਡਰ ਵਾਲਾ ਮੋਰਚਾ ਹੋਰ ਉੱਚੇ ਪੱਧਰ ਤੇ ਖੜੀਏ ਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਜੀ ਇੱਕ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਫਲਾ ਆਪਣੇ ਨਾਲ ਜਿਹੜੀ ਸੰਗਤ ਯੂਪੀ ਦੀ ਤੇ ਹਰਿਆਣੇ ਦੀ ਜੁੜੀ ਹੈ ਉਹਦੇ ਨਾਲ ਮੋਰਚੇ ਨੂੰ ਕੀ ਬਲ ਮਿਲਿਆ ਉਹ ਥੋੜਾ ਜਿਹੜਾ ਆਪਣੇ ਵਿਚਾਰ ਨੇ ਦੇਖੋ ਜੀ ਬੜੀ ਤਾਕਤ ਮਿਲੀ ਮੋਰਚੇ ਨੂੰ ਜਦੋਂ ਡਕੈਤ ਮਤਲਬ ਉਹਨਾਂ ਨੇ ਵੇਖਿਆ ਨਾ ਹਰਿਆਣੇ ਦੇ ਉਹਨਾਂ ਨੂੰ ਅਸੀਂ ਦੇਖਿਆ ਤੇ ਸਾਨੂੰ ਇੰਜ ਲੱਗਾ ਵੀ ਰਾਤ ਕੱਟਣੀ ਔਖੀ ਹੋ ਗਈ ਸਾਨੂੰ ਤੇ ਯੂਪੀ ਵੱਲ ਵੀ ਵਹੀਰਾਂ ਕੱਤ ਕੇ ਲੋਕ ਆ ਗਏ ਆ ਤੇ ਆਪਣੇ ਪੰਜਾਬ ਦੇ ਲੋਕ ਵੀ ਆ ਗਏ ਸਾਡੇ ਕੋਲ ਤੇ ਇੱਕ ਰਾਤ ਕੱਟਣੀ ਮੁਸ਼ਕਿਲ ਹੋ ਗਈ ਆ ਜਦੋਂ ਇੱਥੇ ਆ ਕੇ ਵੇਖਿਆ ਇੰਨਾ ਮਨੋਬਲ ਮਿਲਿਆ ਕਿ ਮੋਰਚਾ ਇੰਨਾ ਮਜ਼ਬੂਤ ਹੋ ਗਿਆ ਕਿ ਸਾਡਾ ਦਿਲ ਖੁਸ਼ ਹੋ ਗਿਆ ਵੇਖ ਕੇ ਪਰ ਇਹ ਗੱਲ ਮੋਦੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਤੂੰ ਕੁਛ ਨਹੀਂ ਕਰ ਸਕਦਾ ਅਸੀਂ ਤੈਨੂੰ ਇੰਜ ਮਨਾ ਕੇ ਦੱਸਾਂਗੇ ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਵਾ ਕਦੀ ਪਿਛੇ ਨਹੀਂ ਹਟਦੇ ਸਾਡੇ ਸਿਰ ਕੱਟ ਜਾਣਗੇ ਕੋਈ ਗੱਲ ਨਹੀਂ ਪਰ ਅਸੀਂ ਬਿਲਕੁਲ ਤੈਨੂੰ ਅਸੀਂ ਜਿਹੜੇ ਕਾਨੂੰਨ ਵਾ ਅਸੀਂ ਪਾਸ ਕਰਵਾ ਕੇ ਜਾਵਾਂਗੇ ਹਾਂਜੀ ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬਜ਼ੁਰਗਾਂ ਦੀ ਜਿਹੜੀ ਜਾਣਕਾਰੀ ਉੱਤਮ ਹੁੰਦੀ ਹੈ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਕਿੱਥੋਂ ਪਹੁੰਚੇ ਹੋ ਤੁਸੀਂ ਕਿਹੜੇ ਨਗਰ ਤੋਂ ਕੀ ਨਾਮ ਜਿਹੜਾ ਸਾਡਾ ਤਰਨਤਾਰਨ ਹੈ ਜੀ ਤਰਨਤਾਰਨ ਅਸੀਂ ਬਾਰਡਰ ਦੇ ਰਹਿਣ ਵਾਲੇ ਰਾਜਾ ਤਾਲ ਦੇ ਲਾਗੇ ਪਿੰਡ ਵਾਘਾ ਬਾਰਡਰ ਲਾਗੇ ਸਾਡਾ ਪਿੰਡ ਕਲਸਿਆ ਸਾਬਕਾ ਸਰਪੰਚ ਆ ਮੈਂ ਜੀ ਤੇ ਜੀ ਇਹ ਕਾਨੂੰਨ ਸਾਡੇ ਹੱਥ ਤੇ ਬਹੁਤ ਸਰਕਾਰ ਨੇ ਮਾੜੇ ਬਣਾਏ ਆ ਜੀ ਤੇ ਅਸੀਂ ਇਹ ਵਾਸਤੇ ਧਰਨੇ ਵਾਸਤੇ ਆਏ ਆ ਤੇ ਬਾਬਾ ਜੀ
ਇਹ ਵੀ ਜਾਣਕਾਰੀ ਦਿਓ ਕਿ ਹੁਣ ਜਿਹੜੀ ਅਗਲੀ ਦਿਸ਼ਾ ਹੈ ਤੁਹਾਨੂੰ ਕੀ ਨਜ਼ਰ ਆ ਰਹੀ ਹੈ, ਮੋਰਚੇ ਦੀ ਦਿਸ਼ਾ ਕੀ ਨਜ਼ਰ ਆ ਰਹੀ ਹੈ, ਭਵਿੱਖ ਕੀ ਨਜ਼ਰ ਆ ਰਿਹਾ? ਭਵਿੱਖ ਤਾਂ ਜੀ ਇਹ ਮੋਰਚੇ ਦਾ ਤਾਂ ਬਹੁਤ ਵਧੀਆ ਭਵਿੱਖ ਆ। ਭਾਵੇਂ ਕੋਈ ਆ ਸਕਦਾ ਕੋਈ ਨਹੀਂ ਆ ਸਕਦਾ, ਉਹਦੀ ਵੀ ਭਾਵਨਾ ਇੱਥੇ ਹੀ ਆ। ਬਿਲਕੁਲ ਜੀ। ਮੇਰੀਆਂ 3 ਲੜਕੀਆਂ, ਇੱਕ ਮੇਰਾ ਲੜਕਾ, ਉਹ ਆਰਮੀ 'ਚ। ਮੈਨੂੰ ਕੋਈ ਨਹੀਂ ਉਸ ਤਰ੍ਹਾਂ ਆਉਣ ਨਹੀਂ ਦਿੰਦਾ ਵੀ ਤੁਸੀਂ ਨਾ ਜਾਓ, ਤੁਸੀਂ ਠੀਕ ਨਹੀਂ ਰਹਿੰਦੇ। ਮੈਂ ਮੋਰਚੇ ਜਾਣਾ, ਜ਼ਰੂਰ ਜਾਣਾ, ਮੈਂ ਮੋਰਚੇ ਜ਼ਰੂਰ ਜਾਊਂਗਾ। ਮੈਂ ਖੁਦ ਆਪ ਆਇਆ। ਪਰਿਵਾਰ ਚੋਂ ਇੱਕ ਮੈਂਬਰ ਨੇ ਘੱਟੋ ਘੱਟ ਜਿਹੜਾ ਹਿੱਸਾ ਜ਼ਰੂਰ ਲਵਾਉਣਾ। ਹਾਂਜੀ ਹਾਂਜੀ, ਅਸੀਂ ਆਉਂਦੇ ਹਾਜ਼ਰ ਲਾਉਣੇ ਆ ਜੀ, ਅਸੀਂ ਲਾਉਣੇ ਆ ਪਿੰਡ। ਫਿਰ ਮੈਂ ਕਮੇਟੀ ਵਾਲਿਆਂ ਨੂੰ ਆਖਿਆ ਵੀ ਚਲੋ ਮੈਂ ਜਾਊਂ, ਜਿੰਨੇ ਜੋਗਾ ਹੈਗਾ ਜਾਊਂ, ਹੋਰ ਆਪਾਂ ਤੁਹਾਡੀ ਮਦਦ ਕਰਾਂਗੇ, ਜੋ ਵੀ ਤੁਸੀਂ ਕਹੋ ਮੈਂ ਤੁਹਾਡੀ ਮਦਦ ਕਰੂੰਗਾ। ਹਾਂਜੀ ਹਾਂਜੀ। ਬਾਪੂ ਜੀ ਦੇ ਜਿਹੜੇ ਪੁੱਤਰ ਨੇ, 3 ਧੀਆਂ ਨੇ ਤੇ ਇੱਕ ਪੁੱਤਰ ਨੇ, ਦੱਸ ਰਹੇ ਹੋ ਬਾਰਡਰ ਦੇ ਉੱਤੇ ਡਟੇ ਹੋਏ ਆ, ਤੇ ਬਾਪੂ ਜੀ ਇੱਥੇ ਡਟੇ ਹੋਏ ਆ ਧਰਨੇ ਦੇ ਉੱਤੇ, ਮੋਰਚੇ ਦੇ ਉੱਤੇ। ਸੋ ਇਹ ਸੁਭਾਵਿਕ ਜੀ ਗੱਲ ਹੈ ਕਿ ਜੇ ਇੰਨੀ ਚੜ੍ਹਦੀ ਕਲਾ ਦੇ ਨਾਲ ਪਰਿਵਾਰਾਂ ਦੇ ਵਿੱਚੋਂ ਸਾਡੇ ਬਜ਼ੁਰਗ ਆ ਰਹੇ ਆ ਤੇ ਜਿਹੜੀ ਜਿੱਤ ਹੈ ਉਹ ਯਕੀਨੀ ਹੈ। ਮੈਂ ਨਾ ਵੀ ਮੋਦੀ ਸਾਹਿਬ ਨੂੰ ਪਤਾ ਲੱਗ ਜਾਣਾ ਚਾਹੀਦਾ, ਅਸੀਂ ਆਪਣਾ 1 ਫੁੱਟ ਤੋਂ ਭਰਾ ਮਾਰ ਦਿੰਦੇ ਆ ਤੇ ਜਿਹੜਾ ਦੁਸ਼ਮਣ ਆ ਉਹਦੇ ਨਾਲ ਕੀ ਕਰਾਂਗੇ। ਬਸ ਇਹੋ ਹੀ ਗੱਲ ਹੈ ਕਿ ਅਸੀਂ ਕਰ ਸਕਦੇ ਆ, ਮਾਰ ਵੀ ਸਕਦੇ ਆ, ਮਾਰ ਵੀ ਸਕਦੇ ਹਾਂ। ਬਸ ਇਹੀ ਗੱਲ ਹੈ। ਬਾਪੂ ਜੀ ਦੀ ਜਿਹੜੀ ਜਿੱਤਾਂਗੇ ਜੁੱਤੀ ਨਾ ਜ਼ਿੰਦਾ ਦਿਲੀ ਨੂੰ ਦੀ ਵਾਕਿਆ ਦਾਤ ਦੇਣੀ ਬਣਦੀ ਹੈ। ਸੋ ਜੇ ਇਦਾਂ ਦੀ ਜ਼ਿੰਦਾ ਦਿਲੀ ਸਾਡੇ 'ਚ ਕਾਇਮ ਰਹੇਗੀ, ਇਦਾਂ ਦੀ ਪੋਜ਼ਿਟਿਵਿਟੀ ਸਾਡੇ ਬਜ਼ੁਰਗਾਂ 'ਚ ਰਹੇਗੀ, ਤੇ ਮੈਂ ਸਮਝਦਾ ਕਿ ਫਿਰ ਨੌਜਵਾਨਾਂ ਦੀ ਤਾਂ ਗੱਲ ਹੀ ਕੀ ਹੈ। ਸੋ ਸੰਗਤ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਥੇ ਸਟੇਜ ਹੈ ਜਿੱਥੋਂ ਦੇ ਦਰਸ਼ਨ ਤੁਹਾਨੂੰ ਹੁਣੇ ਕਰਵਾਏ। ਇੱਥੇ 28 ਤਰੀਕ ਨੂੰ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਪ੍ਰਸ਼ਾਸਨ ਵੱਲੋਂ ਛੱਡੇ ਗਏ, ਰਾਤ ਵੀ ਜਿਹੜੀ ਪਥਰਾਬਾਜੀ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ, ਜਿਵੇਂ ਕਿ ਬਾਬਾ ਜੀ ਨੇ ਤੁਹਾਡੇ ਨਾਲ ਪਹਿਲਾਂ ਸਾਂਝ ਪਾਈ ਕਿ ਕਾਫੀ ਜਿਹੜਾ ਇੱਥੇ ਪੱਥਰ ਲਗਾ ਕੇ ਜਾਂ ਹੋਰ ਰੋਕ ਕਰਕੇ ਜਿਹੜਾ ਕਿਸਾਨਾਂ ਨੂੰ ਸੰਘਰਸ਼, ਸ਼ਾਂਤਮਈ ਸੰਘਰਸ਼ ਕਰ ਰਹੇ ਜਿਹੜੇ ਵੀਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਸੋ ਉੱਥੇ ਬਿਲਕੁਲ ਸਟੇਜ ਦੇ ਨਾਲ ਉਸੇ ਜਗ੍ਹਾ ਦੇ ਉੱਤੇ ਜਿੱਥੇ ਪਥਰਾਬਾਜੀ ਹੋਈ ਹੈ, ਉੱਥੇ ਮਹਾਂਪੁਰਖਾਂ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਚਲਾਏ ਜਾ ਰਹੇ ਨੇ। ਤੁਸੀਂ ਦੇਖਿਆ ਕਿ ਸੰਗਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਪ੍ਰਸ਼ਾਦਾ ਪਾਣੀ ਛਕ ਰਹੀਆਂ ਨੇ, ਤੇ ਮਹਾਂਪੁਰਖ ਸਾਡੇ ਨਾਲ ਇਸ ਸਮੇਂ ਮੌਜੂਦ ਨੇ। ਮਹਾਂਪੁਰਖ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲੇ, ਉਹ ਆਪਣੇ ਬਚਨ ਤੁਹਾਡੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਜੋ ਸਮੂਹ ਸੰਗਤਾਂ ਪੰਜਾਬ ਤੋਂ ਨਹੀਂ ਸਾਰੇ ਦੇਸ਼ ਵਿੱਚੋਂ ਹੀ ਆਈਆਂ ਨੇ, ਤੇ ਉਹਨਾਂ ਨੇ ਲੋੜੀਂਦੀ ਪ੍ਰਬੰਧ ਵਾਸਤੇ ਜੋ ਪਿਛਲੇ ਦਿਨੀ 27-28 ਨੂੰ ਜੋ ਝੂਮ ਨੇ ਆ ਕੇ ਪਥਰਾ ਕੀਤਾ, ਸਿੰਘਾਂ ਨੂੰ ਇੱਥੇ ਸ਼ਾਂਤਮਈ ਮੋਰਚੇ ਜ਼ਖਮੀ ਕੀਤਾ, ਔਰ 4 ਸਵੇਰੇ ਮਤਲਬ ਇਹੋ ਜਿਹੀ ਨਾਕਾਬੰਦੀ ਕਰ ਦਿੱਤੀ ਆ ਕਿ ਉਹਨਾਂ ਨੂੰ ਦੂਜੇ ਜਿਹੜੇ ਸੰਗਤ ਬੈਠੀ ਆ ਦੂਜੀਆਂ ਪਿਛਲੇ ਬੰਨੇ, ਉਸ ਬੰਨੇ ਉਹ ਜਾਣ ਦਾ ਰਸਤੇ ਰੋਕਤੇ ਨੇ, ਤੇ ਅੱਗੇ ਆਉਣ ਜਾਣ ਬਣਿਆ ਸੀ, ਲੰਗਰ ਪਾਣੀ ਉਧਰੋਂ ਇੱਧਰੋਂ ਛਕ ਲੈਂਦੀ ਸੀ। ਹੁਣ ਬਿਲਕੁਲ 4 ਸਵੇਰੇ ਨਾ ਕਰ ਉਹਨੇ ਬਾਹਰ ਅੰਦਰ ਜਾਣ ਦਾ ਇਹਨਾਂ ਨੂੰ ਕੋਈ ਸਾਰੇ ਇੱਕੋ ਹੀ ਰਸਤਾ ਬਾਹਰ ਜਾਣ ਦਾ, ਬਾਕੀ ਸਾਰੇ ਗੁਰੂ ਕੇ ਲੰਗਰਾਂ ਦੂਜਿਆਂ ਦੇ ਰਸਤੇ ਬੰਦ ਕੀਤੇ ਨੇ। ਸੋ ਉਸ ਲੋੜ ਨੂੰ ਮੁੱਖ ਰੱਖ ਕੇ ਇੱਥੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਕਾ ਲੰਗਰ ਉਹ ਚੱਲ ਰਿਹਾ ਹੈ, ਤੇ ਸੰਗਤਾਂ ਬੜੇ ਪਿਆਰ ਦੇ ਨਾਲ ਆਪਣੀ ਸ਼ਾਂਤਮਈ ਬੜੇ ਜਜ਼ਬਾਤ ਦੇ ਨਾਲ ਆਪਣੀਆਂ ਮੰਗਾਂ ਤੇ ਦ੍ਰਿੜ ਨਿਸ਼ਚੇ ਨਾਲ ਬੈਠੀਆਂ। ਸਤਿਗੁਰੂ ਕਿਰਪਾ ਕਰਨ, ਗੁਰੂ ਫਤਿਹ ਮੋਰਚਾ ਕਰੇ, ਕਿਉਂਕਿ ਸਾਰੀ ਮਨੁੱਖਤਾ ਦਾ ਮੋਰਚਾ ਹੈ, ਸਾਰੇ ਸੰਸਾਰ ਦੇ ਮਤਲਬ ਭਲੇ ਦਾ ਮੋਰਚਾ ਹੈ। ਕਿਉਂਕਿ ਜੋ ਕਿਸਾਨ ਨੇ ਜੋ ਅਨਾਜ ਪੈਦਾ ਕਰਨ ਉਹ ਸਾਰਿਆਂ ਨੂੰ ਲੋੜੀਂਦਾ ਹੈ, ਸਾਰਿਆਂ ਨੇ ਛਕ ਕੇ ਸੋਹਣਾ ਹੁੰਦਾ ਹੈ ਤੇ ਛਕ ਕੇ ਜੀਣਾ ਹੁੰਦਾ ਹੈ। ਤੇ ਇਸ ਵਾਸਤੇ ਜੋ ਵੀ ਸਿੱਖ ਸੰਗਤਾਂ, ਵੈਸੇ ਤਾਂ ਬਹੁਤ ਸੰਸਾਰ ਭਰ ਦੇ ਸਿੱਖ ਸੰਗਤਾਂ ਬੜੀਆਂ ਹਰ ਪੱਖੋਂ ਹੀ ਸਹਿਯੋਗ ਮਨ ਕਰਕੇ ਤਨ ਕਰਕੇ ਧਨ ਕਰਕੇ ਦੇ ਰਹੀਆਂ। ਸੋ ਸੱਚੇ ਪਾਤਸ਼ਾਹ ਕਿਰਪਾ ਕਰੋ, ਉਹਨਾਂ ਦੀਆਂ ਅਰਦਾਸਾਂ ਸੰਗਤਾਂ ਦੇ ਕਰਕੇ ਮੋਰਚਾ ਸਫਲਤਾ ਵੱਲ ਨੂੰ ਵਧ ਰਿਹਾ, ਔਰ ਗੁਰੂ ਦੀ ਕਿਰਪਾ ਨਾਲ ਪੂਰਾ ਵਿਸ਼ਵਾਸ ਸਤਿਗੁਰਾਂ ਦੇ ਗੁਰੂ ਕਿਰਪਾ ਕਰੇਗਾ, ਇਹ ਮੋਰਚਾ ਫਤਿਹ ਕਰੇਗਾ ਤੇ ਸਿੱਖ ਸੰਗਤਾਂ ਦੀ ਸੇਵਾ ਕਰਕੇ ਸਾਨੂੰ ਸਾਰਿਆਂ ਨੂੰ ਲਾਭ ਪ੍ਰਾਪਤ ਹੋਏਗਾ। ਸੋ ਮੈਂ ਆਪ ਜੀ ਨੂੰ ਵਿਸ਼ੇਸ਼ ਜਾਣਕਾਰੀ ਦੇਣੀ ਚਾਹੁੰਦਾ ਹਾਂ ਵੀ ਜੋ ਸੰਤੋਖ ਸਬਰ ਸਿਦਕ ਗੁਰੂ ਨੇ ਇਸੇ ਪਾਤਸ਼ਾਹ ਨੇ ਸਿੱਖ ਸੰਗਤਾਂ ਭਰਿਆ ਹੈ, ਉਹ ਇੱਥੇ ਲਾ ਮਿਸਾਲ ਸੰਗਤ ਨੇ ਉਹ ਵਿਖਾਇਆ। ਜਿਸ ਦਿਨ ਗੋਲਾਬਾਰੀ ਹੋਈ, ਇੱਥੇ ਪਥਰਾਬਾਜੀ ਹੋਈ, ਅਥਰੂ ਗੈਸ ਛੱਡੇ ਗਏ ਨੇ, ਝੂਮ ਨੇ ਆ ਕੇ ਪੁਲਿਸ ਦੀ ਮਦਦ ਦੇ ਨਾਲ ਆ ਕੇ ਸਿੰਘ ਜ਼ਖਮੀ ਹੋਏ ਨੇ। ਉਸ ਦਿਨ 4 ਸਵੇਰੇ ਨਾਕਾ ਬੰਦ ਕਰਤਾ ਸੀ ਤੇ ਸਿੰਘਾਂ ਨੇ ਪਹਿਰੇ ਤੇ ਵੀ ਦਿੱਤਾ ਪਹਿਰਾ, ਤੇ ਰਾਤ ਨੂੰ ਲੰਗਰ ਵੀ ਥੋੜਾ ਮਸਤਾਨਾ ਹੋ ਗਿਆ, ਲੰਗਰ ਦਾ ਪ੍ਰਬੰਧ ਇੰਨਾ ਨਹੀਂ ਸੀ
ਆਮ ਸਿੰਘਾਂ ਨੇ ਆ ਕੇ ਦੱਸਿਆ ਵੀ ਸਾਨੂੰ ਇੱਕ ਰਾਤ ਇੱਕ ਪ੍ਰਸ਼ਾਦਾ 2 ਡੰਗ ਦੇ ਇੱਕ ਪ੍ਰਸ਼ਾਦਾ ਸੰਗਤ ਦਾ ਛਕ ਕੇ ਹੀ ਆਪਣਾ ਗੁਜ਼ਾਰਾ ਕੀਤਾ ਹੈ। ਤੇ ਜਦੋਂ ਇਹ ਜਾਣਕਾਰੀ ਮਿਲੀ ਹੈ ਕਿ ਇੱਥੇ ਬਿਲਕੁਲ ਬਹੁਤ ਸਖਤ ਲੋੜ ਲੰਗਰ ਦੀ, ਤੇ ਉਸੇ ਵਕਤ ਹੀ ਗੱਡੀਆਂ ਕੁਦਰਤੀ ਰਸਤੇ 'ਚ ਇੱਥੇ ਆ ਕੇ ਲੰਗਰ ਸ਼ੁਰੂ ਕੀਤਾ ਹੈ। ਕਿਉਂਕਿ ਸਿੱਖੀ ਸਿਦਕ ਦਾ ਇਹ ਪ੍ਰਮਾਣ ਪ੍ਰਤੱਖ ਹੈ ਕਿ ਪਹਿਲਾਂ ਵੀ ਮੁੱਠ ਛੋਲਿਆਂ ਤੇ ਸਿੰਘ ਜਿਹੜੇ ਜਦੋਂ ਜੰਗਾਂ ਯੁੱਧਾਂ ਵਿੱਚ ਜੰਗਲਾਂ ਵਿੱਚ ਪਹਾੜਾਂ ਵਿੱਚ ਜਾਂਦੇ ਸੀ ਤੇ ਇੱਕ ਮੁੱਠ ਦੇ ਉੱਤੇ ਗੁਜ਼ਾਰਾ ਕਰਦੇ ਸੀ। ਉਹ ਵੀ ਇੱਥੇ ਇਹਨਾਂ ਸਿੰਘਾਂ ਨੇ ਗੁਰਮੁਖਾਂ ਨੇ ਲਾਮਿਸਾਲ ਉਹ ਮਿਸਾਲ ਕਾਇਮ ਕੀਤੀ ਆ ਵੀ ਜੇ ਪ੍ਰਸ਼ਾਦਾ ਨਹੀਂ ਤਾਂ ਕੋਈ ਗੱਲ ਨਹੀਂ, ਅਸੀਂ ਇੱਕ ਪ੍ਰਸ਼ਾਦੇ 'ਤੇ ਗੁਜ਼ਾਰਾ ਕਰਾਂਗੇ। ਸੋ ਧੰਨਵਾਦ, ਨਮਸਕਾਰ ਆ, ਸੀਸ ਨਿੰਦਾ ਗੁਰਸਿੱਖਾਂ ਦੇ, ਇਹਨਾਂ ਗੁਰਮੁਖਾਂ ਦੇ ਜਿਨ੍ਹਾਂ ਨੇ ਸੰਘਰਸ਼ ਯੋਗਦਾਨ ਪਾਇਆ ਤੇ ਆਪਣੇ ਸਬਰ ਸਿਦਕ ਸੰਤੋਖ ਦੇ ਨਾਲ ਇਹ ਪਹਿਰਾ ਦੇ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਕਿਸਾਨ ਆਗੂ ਪੰਧੇਰ ਸਾਹਿਬ ਜੀ ਸਾਡੇ ਨਾਲ ਮੌਜੂਦ ਨੇ ਇਸ ਸਮੇਂ। ਜਿਹੜੀ ਹੁਣ ਮੌਜੂਦਾ ਸਥਿਤੀ ਚੱਲ ਰਹੀ ਹੈ, ਮੌਜੂਦਾ ਵਿਉਂਤਬੰਦੀ, ਉਹਦੇ ਬਾਰੇ ਮੈਂ ਚਾਹਣਾ ਕਿ ਜਿਹੜੇ ਪੰਧੇਰ ਸਾਹਿਬ ਨੇ ਉਹ ਬਚਨ ਸੰਗਤਾਂ ਨਾਲ ਸਾਂਝੇ ਕਰਨ। ਆ ਦੇਖੋ ਸੰਗਤ, ਤੁਸੀਂ ਵੇਖ ਸਕਦੇ ਪੰਜਾਬ 'ਚ ਲੱਖਾਂ 'ਚ ਆ ਗਈ ਆ। ਬਾਬਾ ਖਡੂਰ ਸਾਹਿਬ ਵਾਲਿਆਂ ਨੂੰ ਅਸੀਂ ਕਿਹਾ ਸੀ ਇਹ ਪਰਸੋਂ ਹੀ ਆ ਗਏ ਸੀਗੇ, ਤੋ ਦੇਖ ਰਹੇ ਜੇ ਹੋਰ ਵੀ ਲੋੜ ਪਊ ਤੇ ਹੋਰ ਵੀ ਸੰਸਥਾ ਵਾ ਤੇ ਚੜ੍ਹਦੀ ਕਲਾ 'ਚ ਨੇ ਲੋਕ, ਬੜਾ ਵਧੀਆ ਮਾਹੌਲ ਆ। ਜ਼ਿਆਦਾ ਸੰਗਤ ਦੀ ਡਿਮਾਂਡ ਆ ਵੀ ਇਹ ਜਿਹੜੇ ਆਡੋ ਪਾਠ ਵਾ ਇਹਦੇ ਹੁਣ ਜਿਹੜੇ ਸਰਕਾਰ ਫਾਇਦਾ ਉਠਾਉਣ ਲਈ ਨਾਲ ਹੋਰ ਹੀ ਫੌਜਾਂ ਲਾ ਦਿੱਤੀਆਂ ਗਈਆਂ, ਪਰ ਅਜੇ ਵੀ ਸਟੇਜਾਂ 2 ਨੇ। ਆਉਣ ਵਾਲੇ ਸਮੇਂ 'ਚ ਕੀ ਵਿਉਂਤਬੰਦੀ ਹੈ ਕਿ ਇਹ ਇਕੱਠੇ ਹੋਣਗੇ? ਇਕੱਠੇ ਆ, ਕੋਈ ਪਾੜ ਨਹੀਂ ਹੁੰਦਾ। ਕੱਲ ਇੱਕ ਰਾਹ ਬੰਦ ਸੀ, 2 ਰਾਹ ਖੋਲ੍ਹਤੇ ਆ। ਸਰਕਾਰ ਨੂੰ ਅਲਟੀਮੇਟ ਦਿੱਤਾ ਵਾ 5 ਵਜੇ ਤੱਕ ਭਾਈ ਇਹਨੂੰ ਬੈਰੀਕੇਡ ਹਟਾਓ, ਨਹੀਂ ਤੇ ਅਸੀਂ ਇਹਦੇ ਬਾਰੇ ਕੋਈ ਫੈਸਲਾ ਕਰਾਂਗੇ, ਨਹੀਂ ਰਾਹ ਬੰਦ ਹੁੰਦੇ ਆਂਗੇ। ਨਵਾਂ ਯੂਥ ਜਿਹੜਾ ਮਤਲਬ ਇਹ ਚਾਹੁੰਦਾ ਜਿਸ ਤਰ੍ਹਾਂ 2 ਸਟੇਜਾਂ ਲੱਗੀਆਂ ਕਿ ਇੱਕ ਨਹੀਂ ਹੋ ਸਕਦੀ, ਇਕੱਠੇ ਨਹੀਂ ਬੈਠ ਸਾਰੇ ਇਕੱਠੇ ਹੀ ਆ। ਸਟੇਜਾਂ ਤਾਂ ਤੁਸੀਂ ਦੇਖੋ, ਟਿਕਰੀ ਤੇ ਵੀ 2 ਆ, ਗਾਜੀਪੁਰ 'ਚ ਵੀ 2 ਆ, ਦੂਜੀ ਆ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਆ। ਸਾਰੇ ਇਕੱਠੇ ਆ, ਇਕੱਠੇ ਲੜਾਂਗੇ ਤੇ ਇਕੱਠੇ ਰਹਾਂਗੇ, ਚੜ੍ਹਦੀ ਕਲਾ 'ਚ ਰਹਾਂਗੇ। ਉਹਨਾਂ ਲੋਕਾਂ ਦੀਆਂ ਭਾਵਨਾਵਾਂ ਤੇ ਵੀ ਕਦਰ ਕਰਾਂਗੇ। ਤੇ ਜਿਹੜੀ ਇਹ ਨਾਲ ਫੋਰਸ ਜ਼ਿਆਦਾ ਖੜੀ ਕਰ ਦਿੱਤੀ, ਇਹਦੇ ਬਾਰੇ ਫੋਰਸ ਡਰਾਉਣ ਦਾ ਯਤਨ ਕਰਦੇ ਆ। ਜੇ ਪਿਛਲੇ 8 ਦਿਨਾਂ 'ਚ ਕੁਝ ਨਹੀਂ ਕਰ ਸਕੇ, ਕੁਝ ਨਹੀਂ ਕਰ ਸਕਦੇ, ਡਰਾਉਣ ਵਾਲੀ ਜ਼ਿਆਦਾ ਵਾ। ਮਾਨਸਿਕ ਤੌਰ ਤੇ ਪੱਕੇ ਆ। ਭਾਜਪਾ ਦੇ ਗੁੰਡਿਆਂ ਦਾ ਹਮਲਾ ਬੜੇ ਸਬਰ ਨਾਲ ਚੱਲਿਆ, ਗਾਂ ਵੀ ਚੱਲਾਂਗੇ, ਕੁਝ ਨਹੀਂ ਕਰ ਸਕਦੇ, ਲੜਾਂਗੇ ਅੰਤਮ ਸਾਹਾਂ ਤੱਕ। ਸ਼ਾਂਤਮਈ ਰਹਿਣਾ ਵਾ, ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਹਿਣਾ, ਕੁਝ ਨਹੀਂ, ਖੇਤੀ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਦਿੱਲੀ 'ਚੋਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਵਿੰਦਰ ਸਿੰਘ, ਮੈਂ ਬੇਨਤੀ ਕਰਦਾ, ਅੱਜ ਅਸੀਂ ਇੱਥੇ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ ਹਾਂ ਜੀ। ਜੋ 28 29 ਨੂੰ ਜੋ ਕੁਝ ਵੀ ਹੋਇਆ ਸਾਰੀ ਦੁਨੀਆ ਨੇ ਵੇਖਿਆ। ਜਿਹੜਾ ਜ਼ਬਰ ਸੀ ਉਹਦਾ ਜਵਾਬ ਅਸੀਂ ਸਬਰ ਦੇ ਨਾਲ ਦਿੱਤਾ। ਮੇਰੀ ਬੇਨਤੀ ਆਪਣੇ ਭਰਾਵਾਂ ਨੂੰ, ਜਿਹੜਾ ਪਿੱਛੇ ਸਾਡਾ ਯੂਥ ਬੈਠਾ, ਜਿਹੜਾ ਯੂਥ ਦੇ ਉੱਪਰ ਇੱਕ ਕਲੰਕ ਲੱਗਾ ਸੀ ਕਿ ਨਸ਼ੇੜੀ ਦਾ, ਉਹ ਜੇ ਲਾ ਕੇ ਦਿੱਲੀ ਦੇ ਵਿੱਚ ਆਏ। ਹੁਣ ਮੈਂ ਇੱਕ ਬੇਨਤੀ ਕਰਦਾ ਉਸ ਆਪਣੇ ਯੂਥ ਨੂੰ ਵੀ ਘਰਾਂ ਛੱਡ ਕੇ ਇੱਥੇ ਜ਼ਰੂਰ ਆਉਣ। ਪਿੰਡਾਂ ਦੇ ਵਿੱਚ ਜਿਹੜੇ ਵੱਡੇ ਪਰਿਵਾਰ ਆ, ਆਪਣੇ ਪਰਿਵਾਰਾਂ ਦੇ ਵਿੱਚੋਂ ਜੀ ਜ਼ਰੂਰ ਭੇਜੋ। ਇਹ ਸਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚੋਂ ਯੂਥ, ਉਹਨਾਂ ਦੇ ਬੀਬੀਆਂ, ਬੱਚੇ, ਛੋਟੇ 7-7 ਸਾਲ ਦੀਆਂ ਬੱਚੀਆਂ ਸਭ ਇੱਥੇ ਆ ਚੁੱਕੇ ਆ। ਯੂਪੀ 'ਚੋਂ ਬਹੁਤ ਵੱਡੀ ਲੱਖਾਂ ਦੀ ਗਿਣਤੀ ਦੇ ਵਿੱਚ, ਜਿਹੜਾ ਗਾਜੀਪੁਰ ਕਿਸੇ ਵੇਲੇ ਬੜਾ ਕਮਜ਼ੋਰ ਬਾਰਡਰ ਕਿਹਾ ਜਾਂਦਾ ਸੀ, ਅੱਜ ਯੂਪੀ ਦੇ ਲੋਕਾਂ ਨੇ ਸਭ ਤੋਂ ਮਜ਼ਬੂਤ ਕਰਤਾ। ਮੇਰੀ ਭਰਾਵੋ ਬੇਨਤੀ ਆ, ਮੋਰਚਾ ਫੇਲ ਨਾ ਹੋਣ ਦਈਏ, ਆਪਣੀਆਂ ਜੜ੍ਹਾਂ ਨਾ ਪੁੱਟਣ ਦਈਏ। ਬੇਸ਼ੱਕ ਸਾਡੀਆਂ ਇੱਥੋਂ ਲਾਸ਼ਾਂ ਵੀ ਚੱਲ ਜਾਣ, ਕੋਈ ਗੱਲ ਨਹੀਂ ਗੀ ਭਰਾਵੋ। ਮੋਰਚਾ ਉਦੋਂ ਹੀ ਹੁੰਦਾ ਅੱਜ ਘੇਰੇਬੰਦੀ ਹੋ ਚੁੱਕੀ ਆ, ਸਾਰਾ ਕੁਝ ਹੋ ਚੁੱਕਾ। ਅੱਜ ਵੀ ਜੇ ਮੋਰਚਾ ਅਸੀਂ ਸਫਲ ਨਾ ਕੀਤਾ ਤੇ ਫਿਰ ਅਸੀਂ ਆਪਣੇ ਸਦੀਆਂ ਤੱਕ ਆਪਣੇ ਪੈਰਾਂ 'ਤੇ ਕਦੀ ਨਹੀਂ ਆ ਸਕਦੇ। ਮੇਰੀ ਅਪੀਲ ਆ ਮੇਰੇ ਸਾਰੇ ਭਰਾਵਾਂ ਨੂੰ, ਭਾਵੇਂ ਲੜਾਈ ਟਿਕਰੀ ਤੇ ਲੱਗੀ ਆ, ਭਾਵੇਂ ਗਾਜੀਪੁਰ ਆ, ਭਾਵੇਂ ਸਾਂਝੇ ਮੋਰਚੇ ਜਾ, ਭਾਵੇਂ ਕਿਸਾਨ, ਜਿੱਥੇ ਵੀ ਆਉਣਾ, ਜਿੱਥੇ ਵੀ ਬਹਿਣਾ ਬਹਿ ਜਾਓ, ਪਰ ਘਰਾਂ ਵਿੱਚੋਂ ਜ਼ਰੂਰ ਆਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।